770 AM ਦੇ ਪਿਆਰੇ ਪਿਆਰੇ ਸਰੋਤਿਓ, ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ ਤੇ ਸਤਿ ਸ੍ਰੀ ਅਕਾਲ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਦਾ ਹੀ ਹਾਂ, ਕਿਉਂਕਿ ਮੈਨੂੰ ਇੱਕ ਭਾਈ ਸਾਹਿਬ ਦਾ ਹੁਣੀ ਫੋਨ ਆਇਆ ਸੀਗਾ ਕਿ ਰੀਅਲ ਸਟੇਟ ਦੇ ਬਾਰੇ, ਕਮਿਸ਼ਨ ਦੇ ਬਾਰੇ। ਉਹ ਬਿਲਕੁਲ ਠੀਕ ਕਹਿੰਦੇ ਹੋਣਗੇ, ਕਿਉਂਕਿ ਮੈਨੂੰ ਇਹਨਾਂ ਚੀਜ਼ਾਂ ਦੀ ਨੌਲੇਜ ਨਹੀਂ ਹੈ। ਪਰ ਹਾਂ, ਮੈਂ ਇੰਨੀ ਗੱਲ ਕਹਿਣਾ ਵੀ ਜਿਹੜਾ ਮਕਾਨ ਅੱਗੇ 2 ਲੱਖ ਦਾ ਸੀਗਾ ਉਹ ਅੱਜ $1 ਮਿਲੀਅਨ ਦਾ ਹੋ ਗਿਆ। ਰਫਲੀ ਗੱਲ ਕਰਦੇ ਆ। ਸੋ ਕਮਿਸ਼ਨ ਉਨੀ ਹੈ। ਜੇ ਅੱਗੇ 3% ਵੱਧਦੀ 3000 ਸੀਗਾ ਤੇ ਹੁਣ ਉਹ $1 ਮਿਲੀਅਨ ਦਾ ਹੋ ਗਿਆ, 30,000 ਹੋ ਗਿਆ। ਸੋ ਅੰਕੜਿਆਂ ਦੇ ਮਗਰ ਨਾ ਜਾਓ। ਅੰਕੜੇ, ਮੇਰਾ ਪਰਪਸ ਜਿਹੜਾ ਸੀਗਾ ਉਹ ਇਹੀ ਸੀਗਾ ਵੀ ਰੀਅਲ ਸਟੇਟ ਵਾਲੇ ਇਹ ਵੀ ਨਹੀਂ ਹੈ ਵੀ ਅੱਗੇ ਸੁੱਤੇ ਪਏ ਨੇ ਤੇ ਉਹਨਾਂ ਨੂੰ ਪੈਸੇ ਬਣਦੇ ਨੇ। ਮਿਹਨਤ ਕਰਦੇ ਨੇ, ਆਫਕੋਰਸ ਮਿਹਨਤ ਦੇ ਨਾਲ ਹੀ ਫਲ ਮਿਲਦਾ। ਸੋ ਆਪਾਂ ਤਾਂ ਇਹ ਗੱਲ ਕਹਿੰਦੇ ਆ ਵੀ ਲੋਕਾਂ ਦਾ ਵੀ ਫਾਇਦਾ ਹੋਵੇ ਤੇ ਜਿਹੜੇ ਬੰਦੇ ਬਿਜ਼ਨਸ ਕਰਦੇ ਨੇ ਉਹਨਾਂ ਨੇ ਵੀ ਆਪਣੀ ਰੋਜੀ ਰੋਟੀ ਕਮਾਉਣੀ ਹੈ। ਸੋ ਇੰਨੀ ਗੱਲ ਸੀ, ਇਹੀ ਗੱਲ ਕਲੈਰਿਟੀ ਤੇ ਹੈ। ਬਾਕੀ ਤੁਸੀਂ ਕੰਮ ਕਿਸੇ ਨੂੰ ਵੀ ਦੇ ਸਕਦੇ ਹੋ। ਹਾਂ, ਮੈਂ ਜ਼ਰੂਰ ਇਹ ਕਹਿਣਾ, ਕਿਉਂਕਿ ਮੈਂ ਅਰਫਾ ਜੀ ਨੂੰ ਡੀਲ ਕੀਤਾ ਕਿ ਸ਼ੀ ਇਜ਼ ਵੈਰੀ ਓਨੈਸਟ ਲੇਡੀ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਆਪਣਾ, ਉਹ ਹੈਗਾ ਮਦਰਸ ਡੇ ਦੇ ਉੱਪਰ। ਕਿ ਮਦਰਸ ਡੇ ਕਹਿੰਦੇ ਕਿਹਨੂੰ ਨੇ, ਇਹਦੀ ਹਿਸਟਰੀ ਕੀ ਹੈ, ਇਹਦੀ ਐਥਿਕਸ ਕੀ ਹੈ, ਕਿਉਂ ਮਨਾਇਆ ਜਾਂਦਾ ਹੈ ਤੇ ਰੂਹਾਨੀਅਤ ਦੇ ਵਿੱਚ ਇਹਦਾ ਕੀ ਰੋਲ ਹੈ। ਇਸ ਟੌਪਿਕ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਸੋ ਪਹਿਲੀ ਗੱਲ ਕਿ ਮਦਰਸ ਡੇ ਕਹਿੰਦੇ ਕਿਹਨੂੰ ਨੇ। ਮਦਰਸ ਡੇ ਇਜ਼ ਅ ਸੈਲੀਬ੍ਰੇਸ਼ਨ ਆਨਰਿੰਗ ਦਾ ਮਦਰ, ਹਰ ਸੈਕਰੀਫਾਈਸ ਮੇਡ ਫॉर देयर ਚਿਲਡਰਨ। ਕਿ ਮਾਂ ਦਾ ਜਿਹੜਾ ਆਪਾਂ ਅੱਜ ਮਾਂ ਦਾ ਮਾਂ ਦਿਨ ਮਨਾ ਰਹੇ ਹਾਂ, ਮਦਰਸ ਡੇ ਮਨਾ ਰਹੇ ਹਾਂ। ਉਹ ਕਿਉਂ ਮਨਾ ਰਹੇ ਹਾਂ ਕਿ ਮਦਰਸ ਨੂੰ ਰੈਕੋਗਨਾਈਜ਼ ਕਰਨ ਦੇ ਲਈ, ਉਹਨਾਂ ਨੂੰ ਆਨਰ ਕਰਨ ਦੇ ਲਈ ਕਿ ਉਹਨਾਂ ਨੇ ਸਾਡੇ ਲਈ ਕੀ ਸੈਕਰੀਫਾਈਸ ਕੀਤੀਆਂ, ਆਪਣੇ ਬੱਚਿਆਂ ਦੇ ਲਈ ਕੀ ਸੈਕਰੀਫਾਈਸ ਕੀਤੀਆਂ। ਉਹਨਾਂ ਸੈਕਰੀਫਾਈਸਿਸ ਨੂੰ ਯਾਦ ਕਰਦੇ ਹੋਏ ਅਸੀਂ ਅੱਜ ਮਦਰਸ ਡੇ ਮਨਾ ਰਹੇ ਹਾਂ। ਇਟ ਇਜ਼ ਅ ਸਪੈਸ਼ਲ ਡੇ। This is a special day dedicated to honor and recognize the love of all the mothers। ਕਿ ਮਦਰਸ ਦੀ ਅਸੀਂ ਅੱਜ ਰੈਕੋਗਨਾਈਜ਼ ਕਰਨਾ ਹੈ ਕਿ ਉਹਨਾਂ ਨੇ ਸਾਡੇ ਲਈ ਕਿੰਨਾ ਪਿਆਰਾ, ਕਿੰਨਾ ਬਲੀਦਾਨ, ਕਿੰਨੀਆਂ ਕੁਰਬਾਨੀਆਂ ਕੀਤੀਆਂ। ਸੋ ਉਹਨਾਂ ਕੁਰਬਾਨੀਆਂ ਨੂੰ, ਉਸ ਜਜ਼ਬੇ ਨੂੰ, ਉਸ ਪਿਆਰ ਨੂੰ ਅਸੀਂ ਸਲਾਮ ਕਰਦੇ ਹਾਂ। ਸੋ ਇਸ ਕਰਕੇ ਇਹ ਦਿਨ ਅੱਜ ਮਨਾਇਆ ਜਾਂਦਾ ਹੈ। ਮਨਾਇਆ ਕਿਉਂ ਜਾਂਦਾ ਹੈ ਅੱਜ ਦਾ ਦਿਨ? ਕਿਉਂਕਿ ਦੇਖੋ, ਹਿਸਟਰੀ ਤਾਂ ਬਹੁਤ ਵੱਡੀ ਹੈ। ਜੇ ਅਸੀਂ ਇਸਲਾਮ ਨੂੰ ਪੜ੍ਹੀਏ ਤਾਂ ਉੱਥੇ ਮੁਹੰਮਦ ਸਾਹਿਬ ਦੀ ਬੇਟੀ ਜਿਹੜੀ ਫਾਤਿਮਾ ਸੀਗੀ, ਪਹਿਲਾਂ ਉਸ ਬਹੁਤ 100 ਸਾਲ ਪਹਿਲਾਂ ਫਾਤਿਮਾ ਦੇ ਜਨਮ ਦਿਨ ਨੂੰ ਮਦਰਸ ਡੇ ਮਨਾਇਆ ਜਾਂਦਾ ਸੀ। ਇਸ ਤਰ੍ਹਾਂ ਹੀ ਜੀਸਸ ਕ੍ਰਾਈਸਟ ਦੀ ਜਿਹੜੇ ਮਦਰ ਸੀਗੀ ਮੈਰੀ, ਉਹਦੇ ਜਨਮ ਦਿਨ ਨੂੰ ਮਦਰਸ ਡੇ ਮਨਾਇਆ ਜਾਂਦਾ ਸੀ। ਪਰ ਜਿਹੜੀ ਅਸਲੀ ਹਕੀਕਤ ਅੱਜ ਪ੍ਰਚਲਿਤ ਹੈ ਉਹ ਇਹ ਹੈ ਕਿ ਅਮਰੀਕਾ ਦੀ ਰਹਿਣ ਵਾਲੀ ਜਿਹੜੀ ਵੈਸਟ ਵਰਜੀਨੀਆ ਦੀ ਐਨਾ ਜਾਰਵਿਸ, ਉਹ ਇੱਕ ਸਕੂਲ ਟੀਚਰ ਸੀਗੀ। ਉਹਨੇ ਜ਼ਿੰਦਗੀ 'ਚ ਵਿਆਹ ਨਹੀਂ ਕਰਾਇਆ। ਆਪਣੀ ਮਦਰ ਐਨ ਰਿਵਾਜ਼ ਦੇ ਨਾਲ ਰਹਿੰਦੀ ਸੀਗੀ। ਉਹ ਬੜੀ ਇੱਕ ਸੋਸ਼ਲ ਐਕਟੀਵਿਸਟ ਸੀ। ਲੋਕਾਂ ਦੇ ਫਾਇਦਿਆਂ ਦੇ ਲਈ, ਲੋਕਾਂ ਦੀ ਭਲਾਈ ਦੇ ਲਈ ਕੋਈ ਨਾ ਕੋਈ ਉਹ ਕੰਮ ਕਰਦੀ ਰਹਿੰਦੀ ਸੀਗੀ। ਉਹਦੀ ਮਦਰ ਐਨਾ ਜਾਰਵਿਸ। ਸੋ ਐਨਾ ਜਿਹੜੀ ਸੀਗੀ ਉਹ ਸਕੂਲ ਟੀਚਰ ਸੀ, ਅਨਮੈਰਿਡ ਸੀ, ਆਪਣੀ ਮਾਂ ਨਾਲ ਰਹਿੰਦੀ ਸੀ। ਤੇ ਜਦੋਂ ਉਹਦੇ ਸੰਸਕਾਰ, ਆਫਕੋਰਸ ਉਹਦੇ ਸੰਸਕਾਰ ਸੀਗੇ ਮਦਰ ਦੇ, ਜਦੋਂ ਉਹਦੀ ਮਦਰ ਦੀ ਡੈਥ ਹੋ ਗਈ ਤਾਂ ਉਹਨੇ ਸੋਚਿਆ ਕਿ ਆਪਾਂ ਮਾਵਾਂ ਨੂੰ ਯਾਦ ਕਰੀਏ। ਉਹਨਾਂ ਨੇ ਕਿੰਨਾ ਸਾਡੀ ਜ਼ਿੰਦਗੀ ਦੇ ਵਿੱਚ ਪਿਆਰ ਦਿੱਤਾ ਹੈ, ਦੁੱਖ ਤਕਲੀਫਾਂ ਕੱਟ ਕੇ ਸਭ ਬੱਚਿਆਂ ਨੂੰ ਪਾਲਿਆ, ਉਸ ਨੂੰ ਰੈਕੋਗਨਾਈਜ਼ ਕਰੀਏ। ਸੋ ਇਸ ਮੋਟਿਵ ਨੂੰ ਲੈ ਕੇ, ਇਸ ਉਦੇਸ਼ ਨੂੰ ਲੈ ਕੇ ਉਹਨੇ ਲੋਕਾਂ ਦੇ ਵਿੱਚ ਆਰਟੀਕਲ ਲਿਖੇ, ਸੁਸਾਇਟੀ ਵਿੱਚ ਗਈ, ਚਰਚਿਸ ਬੋਲੀ ਤੇ ਵੀ ਇਹ ਦਿਨ ਮਨਾਉਣਾ ਚਾਹੀਦਾ ਹੈ। ਅਖੀਰ ਦੇ ਵਿੱਚ ਹੌਲੀ ਐਵੋਲੂਸ਼ਨ ਦੀ ਮਤਲਬ ਚੱਲਦੀ ਰਹੀ, ਲੋਕਾਂ ਜਾਗਰਤੀ ਆਈ ਤੇ 1914 ਦੇ ਵਿੱਚ ਅਮਰੀਕਾ ਦਾ ਜਿਹੜਾ ਰਾਸ਼ਟਰਪਤੀ ਸੀਗਾ ਵੁਡਰੋ ਵਿਲਸਨ, ਉਹਨੇ ਇੱਕ ਬਿੱਲ ਦੇ ਉੱਤੇ ਸਾਈਨ ਕੀਤੇ ਤੇ ਆਫੀਸ਼ੀਅਲੀ ਮਈ ਦਾ ਜਿਹੜਾ ਸੈਕੰਡ ਸੰਡੇ ਹੈ, ਦੇਖੋ 1 ਤਰੀਕ ਨੂੰ ਸੰਡੇ ਸੀ, ਅੱਜ 8 ਨੂੰ ਸੰਡੇ ਆ। ਸੋ ਜਿਹੜਾ ਵੀ ਸੈਕੰਡ ਸੰਡੇ ਹੋਊਗਾ ਮਈ ਦਾ, ਆਫੀਸ਼ੀਅਲੀ ਸੈਕੰਡ ਸੰਡੇ ਆਫ ਮਈ ਇਜ਼ ਕਾਲਡ ਨੈਸ਼ਨਲ ਹੌਲੀਡੇ ਐਜ਼ ਏ ਮਦਰ ਡੇ। ਸੋ ਜਿਹੜਾ ਮਦਰਸ ਡੇ ਹੈ ਉਹ ਮਈ ਦਾ ਜਿਹੜਾ ਦੂਸਰਾ ਜਿਹੜਾ ਸੰਡੇ ਹੁੰਦਾ ਹੈ ਉਸ ਦਿਨ ਹੁੰਦਾ। ਡੇਟ ਨਹੀਂ ਵੀ 6 ਹੈ, 7 ਹੈ, 5 ਹੈ, 4 ਹੈ, 3 ਹੈ, ਨਹੀਂ। ਜਿਹੜਾ ਵੀ ਮਈ ਦੇ ਵਿੱਚ ਸੈਕੰਡ ਇਤਵਾਰ ਹੋਊਗਾ ਉਸ ਦਿਨ ਮਦਰ ਡੇ ਮਨਾਇਆ ਜਾਂਦਾ ਹੈ। ਜਿਹੜੀ ਇਹਨੇ ਜਦੋਂ ਮਦਰ ਡੇ ਚੱਲ ਪਿਆ ਤਾਂ ਜਿਹੜੇ ਬਿਜ਼ਨਸਮੈਨ ਸੀਗੇ ਉਹ ਜ਼ਿਆਦਾ ਐਕਟਿਵ ਹੋ ਗਏ। ਉਹ ਜਿਹੜੀ ਭਾਵਨਾ ਸੀ ਮਾਂ ਦੀ ਇੱਜ਼ਤ ਕਰਨ ਦੀ, ਮਾਂ ਦੇ ਬਾਰੇ ਸ਼ਰਧਾ ਕਰਨ ਦੀ, ਪਿਆਰ ਕਰਨ ਦੀ, ਉਹਦੀ ਥਾਂ ਤੇ ਇੱਕ ਬਿਜ਼ਨਸ ਬਣ ਗਿਆ। ਬਿਜ਼ਨਸ ਕਿਵੇਂ ਬਣ ਗਿਆ? ਅੱਗੇ ਉਹ ਚਾਹੁੰਦੀ ਸੀ, ਐਨਾ ਇਹ ਚਾਹੁੰਦੀ ਸੀ ਵੀ ਤੁਸੀਂ ਮਾਂ ਨੂੰ ਇਸ ਦਿਨ ਆਪਣਾ ਕੁਝ ਲਿਖ ਕੇ ਦਿਓ ਕਿ ਤੂੰ ਮੇਰੀ ਆਪਣੀ ਜ਼ਿੰਦਗੀ ਦੇ ਵਿੱਚ ਤੂੰ ਮੇਰੇ ਲਈ ਆਹ ਕੁਝ ਕੀਤਾ, ਤਾਂ ਕਿ ਮਦਰ ਨੂੰ ਯਾਦ ਹੋਵੇ, ਆਨਰ ਹੋਵੇ। ਹੁਣ ਕੀ ਹੈ ਕਿ ਹੌਲੀ ਮਾਰਕੀਟ ਦੇ ਵਿੱਚ
ਜਿਹੜੇ ਕਾਰਡਸ ਬਣ ਗਏ ਮਦਰਸ ਡੇ ਦੇ ਉੱਤੇ, ਉਹ ਜਿਹੜੇ ਪ੍ਰੋਫੈਸ਼ਨਲ ਲੋਕਾਂ ਦੀਆਂ YouTube ਦੇ ਉੱਤੋਂ ਗੂਗਲ ਦੇ ਉੱਤੋਂ ਕੱਢ ਕੇ ਵਰਡਿੰਗ ਲਿਖੀ ਹੁੰਦੀ ਹੈ, ਅਸੀਂ ਉਹ ਦੇ ਦਿੰਦੇ ਹਾਂ, ਜਦੋਂ ਕਿ ਉਹ ਵਰਡਿੰਗ ਦਾ ਸਾਡਾ ਨੇੜੇ ਤੇੜੇ ਨਾਲ ਸੰਬੰਧ ਨਹੀਂ ਹੁੰਦਾ। ਜੇ ਅਸੀਂ ਉਹ ਕਹਿੰਦੇ ਸੀ ਜੋ ਤੁਹਾਡੀ ਭਾਵਨਾ ਹੈ ਨਾ ਉਹਦੇ ਮੁਤਾਬਕ ਤੁਸੀਂ ਲਿਖੋ, ਇਹ ਨਹੀਂ ਵੀ ਫੁੱਲ ਲੈ ਕੇ ਜਾਓ, ਬੇਸ਼ੱਕ ਕੁਝ ਵੀ ਲੈ ਕੇ ਜਾਓ, ਉਹਦੇ ਲੱਤਾਂ ਵੀ ਘੁੱਟ ਦਿਓ, ਉਹਦੇ ਬਾਲ ਹੀ ਤੁਸੀਂ ਕਿਤੇ ਨਾਈ ਦੇ ਲੈ ਜਾਓ, ਉਹਨੂੰ ਕਿਤੇ ਬਾਹਰ ਹੀ ਘੁਮਾ ਲਿਆਓ, ਪਰ ਅੱਜ ਕੀ ਹੈ, ਉਹ ਇੱਕ ਬਿਜ਼ਨਸ ਬਣ ਗਿਆ। ਸੋ ਉਸੇ ਇਹਨਾਂ ਨੇ ਜਿਹਨੇ ਇਹਦੇ ਲਈ ਇੰਨੀ ਸਟਰਗਲ ਕੀਤੀ ਸੀਗੀ, ਉਹ ਫਿਰ ਇਹਦੇ ਅਗੇਂਸਟ ਵੀ ਹੋਗੀ ਵੀ ਇਹ ਤਾਂ ਇੱਕ ਕਮਰਸ਼ੀਅਲ ਜਿਹੜੀ ਹੈ ਹੌਲੀਡੇ ਬਣ ਗਈ। ਸੋ ਉਹ ਜਦੋਂ ਉਹਨੇ ਇਹਦੇ ਖਿਲਾਫ ਹੋਈ ਵੀ ਇਹ ਸਾਰਾ ਜਿਹੜਾ ਮੇਰਾ ਮੋਟਿਵ ਸੀ ਉਹ ਫੇਲ ਹੋ ਗਿਆ, ਉਹਨੂੰ ਅਰੈਸਟ ਵੀ ਹੋਣਾ ਪਿਆ। ਸੋ ਅੰਤ ਦੇ ਵਿੱਚ 1948 ਦੇ ਵਿੱਚ ਉਹਦੀ ਡੈਥ ਹੋ ਗਈ। ਸੋ ਇਹਦੀ ਥੋੜੀ ਜਿਹੀ ਬੈਕਗਰਾਉਂਡ ਹੈ ਕਿ ਸ਼ੁਰੂ ਅਮਰੀਕਾ ਦੇ ਵਿੱਚ ਐਨਾ ਜਾਰਵਿਸ ਨੇ ਕੀਤਾ ਸੀਗਾ, ਆਪਣੀ ਮਾਂ ਨਾਲ ਰਹਿੰਦੀ ਸੀਗੀ, ਤੇ ਰਾਸ਼ਟਰ ਜਿਹਨੇ ਇੰਨਾ ਪ੍ਰੈਸ਼ਰਾਈਜ਼ ਕੀਤਾ, ਲੌਬੀ ਕੀਤੀ, ਤੇ ਅਲਟੀਮੇਟਲੀ 1914 ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਨੇ ਸਾਈਨ ਕਰਤਾ, ਤੇ ਉਹਦੇ ਵਿੱਚ ਜਿਹੜਾ ਸੀਗਾ ਸੈਕੰਡ ਸੰਡੇ ਆਫ ਮੇ ਜਿਹੜਾ ਸੀਗਾ ਉਹ ਨੈਸ਼ਨਲ ਹੌਲੀਡੇ ਹੋ ਗਿਆ, ਤੇ ਉਹਨੂੰ ਮਦਰਸ ਡੇ ਕਹਿਣ ਲੱਗ ਪਏ। ਸੋ ਮਦਰਸ ਡੇ ਇਸ ਕਰਕੇ ਮਨਾਇਆ ਜਾਂਦਾ ਹੈ। ਸੋ ਨੈਪੋਲੀਅਨ ਨੇ ਕਿਹਾ ਸੀ ਮਾਂ ਦੀ ਮਹਾਨਤਾ ਦੇ ਬਾਰੇ ਕਿ ਮੈਨੂੰ ਚੰਗੀਆਂ ਕੁਝ ਜਿਹੜੀਆਂ ਮਦਰਸ ਦੇ ਦਿਓ, ਮੈਂ ਇੱਕ ਬਹੁਤ ਵੱਡੀ ਚੰਗੀ ਸੁਸਾਇਟੀ ਦੀ ਸਿਰਜਣਾ ਕਰਾਂਗਾ। ਸੁਸਾਇਟੀ ਜਿਹੜੀ ਬਣਦੀ ਹੈ ਉਹ ਮਦਰ ਤੋਂ ਬਣਦੀ ਹੈ। ਜੇ ਮਦਰ ਸਾਨੂੰ ਪਿਆਰ ਕਰਨ ਵਾਲੀ ਹੋਊਗੀ, ਬਲੀਦਾਨ ਦੇ ਬਾਰੇ ਭਾਵਨਾ ਦੇਊਗੀ, ਇਮਾਨਦਾਰੀ ਦੇ ਭਾਵਨਾ ਹੋਊਗੀ, ਰੂਹਾਨੀਅਤ ਦੀ ਗੱਲਾਂ ਕਰੇਗੀ, ਤਾਂ ਆਟੋਮੈਟਿਕਲੀ ਬੱਚਿਆਂ ਦਾ ਵੀ ਅਸਰ ਹੁੰਦਾ ਹੈ। ਇਸੇ ਕਰਕੇ ਤਾਂ ਕਹਿੰਦਾ ਮੈਨ ਇਜ਼ ਨੋਨ ਬਾਈ ਦ ਕੰਪਨੀ ਹੀ ਕੀਪਸ, ਜਿਹੋ ਜਿਹੀ ਕੰਪਨੀ ਹੋਊਗੀ ਉਹੋ ਜਿਹਾ ਅਸਰ ਹੋਏਗਾ। ਸੋ ਇਸ ਕਰਕੇ ਤੁਸੀਂ ਦੇਖ ਲਓ ਕਿ ਮਾਂ ਦਾ ਜਿਹੜਾ ਹੁੰਦਾ ਬੱਚੇ ਤੇ ਸਭ ਤੋਂ ਜ਼ਿਆਦਾ ਅਸਰ ਹੁੰਦਾ ਹੈ। ਬੱਚਾ ਜਦੋਂ ਬੋਲਦਾ ਹੈ, ਸਭ ਤੋਂ ਪਹਿਲਾਂ ਤੁਹਾਨੂੰ ਪਤਾ ਕਿਹੜਾ ਅੱਖਰ ਬੋਲਦਾ? ਸਭ ਤੋਂ ਪਹਿਲਾਂ ਉਹਦਾ ਜਿਹੜਾ ਮੂੰਹ ਚੋਂ ਬੋਲਦਾ ਨਾ ਅੱਖਰ ਉਹ ਮਾਂ ਹੁੰਦਾ, ਚਾਹੇ ਉਹ ਇੰਡੀਅਨ ਹੈ, ਚਾਹੇ ਪਾਕਿਸਤਾਨੀ ਹੈ, ਚਾਹੇ ਨੇਪਾਲੀ ਹੈ, ਚਾਹੇ ਪੁਰਤਗੀਜ਼ ਜਾਂ ਕੁਛ ਹੈ। ਮੰਮਾ ਕਹੂਗਾ, ਜਿਵੇਂ ਹੁਣ ਆਪਣੇ ਅੰਗਰੇਜ਼ੀ 'ਚ ਆਪਾਂ ਮਦਰ ਕਹਿੰਦੇ ਆ, ਫਾਰਸੀ 'ਚ ਮਾਦਰ ਕਹਿ ਦਿੰਦੇ ਆ, ਉਰਦੂ 'ਚ ਅੰਮੀ ਕਹਿ ਦਿੰਦੇ ਆ, ਪੰਜਾਬੀ 'ਚ ਬੇਬੇ ਕਹਿ ਦਿੰਦੇ ਆ, ਹਿੰਦੀ 'ਚ ਮਾਤਾ ਸ਼੍ਰੀ ਕਹਿ ਦਿੰਦੇ ਆ। ਸੋ ਇਸੇ ਤਰ੍ਹਾਂ ਜਦੋਂ ਬੱਚਾ ਬੋਲਦਾ ਉਹ ਸਭ ਤੋਂ ਪਹਿਲਾ ਜਿਹੜਾ ਅੱਖਰ ਉਹ ਕਹਿੰਦਾ ਹੈ ਉਹ ਮਾਂ ਮੂੰਹ ਚੋਂ ਨਿਕਲਦਾ। ਰੱਬ ਦਾ ਨਾਮ ਵੀ ਨਹੀਂ ਨਿਕਲਦਾ, ਸਿਰਫ ਮਾਂ ਨਿਕਲਦਾ ਹੈ। ਇਸੇ ਕਰਕੇ ਕਹਿੰਦਾ ਜਦ ਮੈਂ ਕਿਸੇ ਦਾ ਨਾਂ ਲੈਣਾ ਸਿੱਖਿਆ, ਰੱਬ ਨਾਲੋਂ ਪਹਿਲਾਂ ਮਾਂ ਕਹਿਣਾ ਸਿੱਖਿਆ। ਸੋ ਪਹਿਲਾ ਸ਼ਬਦ ਬੱਚਾ ਜਦੋਂ ਧਰਤੀ ਤੇ ਆਉਂਦਾ, ਮਾਂ ਦੇ ਪੇਟ ਚੋਂ ਆਉਂਦਾ, ਜਦੋਂ ਉਹ ਪਹਿਲਾ ਸ਼ਬਦ ਬੋਲਦਾ ਆਪਣੇ ਮੂੰਹੋਂ ਤਾਂ ਉਹ ਮਾਂ ਹੁੰਦੀ ਹੈ। ਮਾਂ ਇੱਕ ਬੈਂਕ ਹੈ। ਬੈਂਕ ਦੇ ਵਿੱਚ ਕੀ ਕਰਦੇ ਆ ਆਪਾਂ? ਡਿਪੋਜ਼ਿਟ ਕਰਾ ਕੇ ਆਉਂਦੇ ਆ, ਜਿੰਨੇ ਮਰਜ਼ੀ ਪੈਸੇ ਡਿਪੋਜ਼ਿਟ ਕਰਾਈਏ। ਇਸੇ ਤਰ੍ਹਾਂ ਹੀ ਮਾਂ ਇੱਕ ਬੈਂਕ ਹੈ, ਉਹਦੇ ਵਿੱਚ ਬੱਚੇ ਜਿਹੜੇ ਨੇ ਉਹਦੇ ਜਿੰਨੇ ਦੁੱਖ ਹੁੰਦੇ ਨੇ, ਕੋਈ ਚਿੰਤਾਵਾਂ ਹੁੰਦੀਆਂ ਨੇ, ਕੋਈ ਪ੍ਰੋਬਲਮਸ ਹੁੰਦੀਆਂ ਨੇ, ਉਹ ਮਾਂ ਨੂੰ ਦੱਸਦਾ ਕਿ ਮੈਨੂੰ ਭੁੱਖ ਲੱਗੀ ਹੈ, ਮੈਂ ਵਾਸ਼ਰੂਮ ਜਾਣਾ ਹੈ, ਮੈਂ ਟਾਇਲਟ ਜਾਣਾ ਹੈ, ਮੈਨੂੰ ਫਲਾਣਾ ਬੱਚਾ ਲੜ ਪਿਆ, ਮੇਰੀ ਅੱਜ ਆਹ ਪ੍ਰੋਬਲਮ ਹੋ ਗਈ। ਸੋ ਮਾਂ ਇੱਕ ਜਿਸ ਤਰ੍ਹਾਂ ਬੈਂਕ ਦੇ ਵਿੱਚ ਜੋ ਮਰਜ਼ੀ ਰੱਖੀ ਚਲੋ, ਇਸ ਤਰ੍ਹਾਂ ਮਾਂ ਦਾ ਹਿਰਦਾ ਇੰਨਾ ਵਿਸ਼ਾਲ ਹੁੰਦਾ ਹੈ ਕਿ ਉਹਦੇ ਵਿੱਚ ਬੱਚੇ ਦੀਆਂ ਜਿੰਨੀਆਂ ਵੀ ਮੁਸੀਬਤਾਂ, ਪਰੇਸ਼ਾਨੀਆਂ, ਗਲਤੀਆਂ ਹੁੰਦੀਆਂ ਉਹਦੇ ਵਿੱਚ ਫਿਕਸ ਤੌਰ ਤੇ ਡਿਪੋਜ਼ਿਟ ਹੁੰਦੀਆਂ। ਮਾਂ ਕਦੇ ਡਿਸਕਲੋਜ਼ ਨਹੀਂ ਕਰਦੀ, ਮਾਂ ਕਦੇ ਬੱਚੇ ਨੂੰ ਜਿਤਾਉਂਦੀ ਨਹੀਂ ਹੈ। ਹਾਲਾਂਕਿ ਬੈਂਕ 'ਚ ਜਾਓ ਤੁਹਾਨੂੰ ਦੱਸ ਦਿੰਦੇ ਨੇ ਭਾਈ ਸਾਹਿਬ ਤੁਸੀਂ ਆ ਫਲਾਣੀ ਤਰੀਕ ਨੂੰ ਆ ਜਮ੍ਹਾਂ ਕਰਾਏ ਸੀ, ਪਰ ਮਾਂ ਤਾਂ ਵਧੀਆ ਬੈਂਕ ਹੈ। ਮਾਂ ਬੱਚੇ ਦੇ ਜਿਹੜੇ ਔਗਣ ਨੇ ਕਦੇ ਵੀ ਬੱਚੇ ਦੇ ਅੱਗੇ ਨਹੀਂ ਦੱਸਦੀ। ਸੋ ਜਿੱਥੇ ਮਾਂ ਇੱਕ ਬੈਂਕ ਹੈ, ਚਾਹੇ ਅੱਜ ਮਦਰਸ ਡੇ ਹੈ, ਪਰ ਨਾਲ ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਬਾਪ ਨੇ, ਫਾਦਰ ਨੇ, ਉਹ ਕ੍ਰੈਡਿਟ ਕਾਰਡ ਨੇ। ਜਿਹੜਾ ਆਪਣਾ ਕ੍ਰੈਡਿਟ ਕਾਰਡ ਹੁੰਦਾ, ਮਾਸਟਰ ਕਾਰਡ ਹੈ, ਵੀਜ਼ਾ, ਅਮਰੀਕਨ ਐਕਸਪ੍ਰੈਸ ਹੈ, ਜੋ ਸਾਡੇ ਹੱਥ 'ਚ ਹੋਵੇ ਅਸੀਂ ਫਿਕਰ ਨਹੀਂ ਕਰਦੇ, ਚੁੱਪ ਕਰਕੇ ਕਾਰਡ ਫੜਾ ਦਿੰਦੇ ਹਾਂ ਵੀ ਦੇਣੇ ਆ, ਪਤਾ ਨਹੀਂ ਦੇਣੇ ਸਾਨੂੰ ਬਾਅਦ 'ਚ ਪੈਣੇ ਨੇ। ਪਰ ਇਸੇ ਤਰ੍ਹਾਂ ਜਿਹੜਾ ਫਾਦਰ ਹੈ ਉਹ ਕ੍ਰੈਡਿਟ ਕਾਰਡ ਹੈ, ਜਿੰਨੇ ਮਰਜ਼ੀ ਖਰਚੇ ਕਰੋ, ਅਸੀਂ ਕਦੇ ਸੋਚਦੇ ਨਹੀਂ ਕਿ ਫਾਦਰ ਕੋਲੇ ਹੈਗੇ ਕਿ ਨਹੀਂ ਹੈਗੇ। ਸਾਡੀਆਂ ਸਾਰੀਆਂ ਡਿਮਾਂਡਸ ਪੂਰੀਆਂ ਕਰਦਾ, ਚਾਹੇ ਉਹਨੂੰ ਕਰਜ਼ਾ ਚੱਕਣਾ ਪਵੇ, ਚਾਹੇ ਉਹ ਜਿਵੇਂ ਮਰਜ਼ੀ ਮੋੜੇ, ਚਾਹੇ ਕੱਪੜੇ ਪਾਵੇ ਨਾ ਪਾਵੇ, ਪਰ ਸਾਡੀ ਡਿਮਾਂਡ ਪੂਰੀ ਕਰਦਾ ਕ੍ਰੈਡਿਟ ਕਾਰਡ ਦੇ ਵਾਂਗੂ। ਸੋ ਉਹ ਇਸ ਕਰਕੇ ਮਾਂ ਦੇ ਬਾਰੇ ਕਿਹਾ ਜਾਂਦਾ ਹੈ ਨਾ, ਮਾਂ ਤੇ ਬਾਪ ਦੇ ਬਾਰੇ, ਕਿ ਮਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ। ਮਾਂ ਦੀ ਪੂਜਾ ਕਰਨੀ ਹੈ। ਤੁਸੀਂ ਇੱਕ ਹੋਰ ਮੰਦਿਰ, ਗੁਰਦੁਆਰੇ ਜਾਓ ਜਾਂ ਨਾ ਜਾਓ, ਪਰ ਮਾਂ ਬਾਪ ਦੀ ਪੂਜਾ ਜ਼ਰੂਰ ਕਰੋ। ਉਸੇ ਜ਼ਰੂਰਤ ਨਹੀਂ ਪੂਜਾ ਪਾਠ ਕੀ, ਜਿਸਨੇ ਪੂਜਾ की अपने माँ बाप की। ਮਾਂ ਬਾਪ ਦੀ ਜਿਹੜੀ ਪੂਜਾ ਕਰੋ ਨਾ, ਸਭ ਤੋਂ ਵੱਡੀ ਪੂਜਾ ਮੰਨੀ ਜਾਂਦੀ ਹੈ। ਜੇ ਆਪਾਂ ਮੰਦਿਰ 'ਚ ਜਾਂਦੇ ਹਾਂ, ਮਸਜਿਦ ਜਾਂਦੇ ਹਾਂ, ਬਾਬੇ ਦੇ ਜਾਂਦੇ ਹਾਂ, ਉੱਥੇ ਸੇਵਾ ਤੇ ਜਾਂਦੇ ਹਾਂ, ਉੱਥੇ ਜਾ ਕੇ ਜਿਹੜੇ ਸਾਡੇ ਉੱਥੇ ਚੌਧਰੀ ਹੁੰਦੇ, ਕੜਮ ਚੌਧਰੀ, ਅਨਪੜ੍ਹ ਚੌਧਰੀ, ਚਾਹੇ ਉਹ ਅਨਪੜ੍ਹ ਜਨਨੀ ਬਣੀ ਹੋਵੇ ਰਿਪਰੈਜ਼ੈਂਟੇਟਿਵ, ਚਾਹੇ ਉਹ ਸੈਕਟਰੀ ਬਣਿਆ ਹੋਵੇ, ਉਹ ਆਪਣੇ ਸੱਸ ਸਹੁਰੇ ਨੂੰ ਘਰੇ ਨਹੀਂ ਬਣ ਦਿੰਦੇ, ਪਰ ਉੱਥੇ ਸੇਵਾਦਾਰ ਨੂੰ ਉਮਰ ਦੀ ਲਿਹਾਜ਼ ਨਹੀਂ, ਚੰਗੀ ਬੇਇੱਜ਼ਤੀ ਕਰਦੇ ਨੇ
ਤੇ ਉੱਥੇ ਜਿਹੜੇ ਸੇਵਾਦਾਰ ਹੁੰਦੇ ਨੇ ਉਹ ਕਹਿੰਦੇ ਸਾਡੇ ਕਰਮ ਚੱਕੇ ਗਏ। ਬਹੁਤ ਵਧੀਆ ਗੱਲ ਹੈ, ਬੜੀ ਪੋਜ਼ਿਟਿਵ ਅਪਰੋਚ ਹੈ। ਜੇ ਕਰਮ ਉਹਨਾਂ ਦੀਆਂ ਝਿੜਕਾਂ ਖਾਣ ਕਰਕੇ ਸੇਵਾ ਤੇ ਚੱਕੇ ਜਾਂਦੇ ਨੇ, ਤੇ ਜੇ ਘਰ ਦੇ ਤੁਹਾਨੂੰ ਬੱਚੇ ਉੱਚੇ ਮਾੜਾ ਜਿਹਾ ਉੱਚਾ ਨੀਵਾਂ ਬੋਲਦੇ ਨੇ, ਮਾਂ-ਬਾਪ ਕੋਈ ਗੱਲ ਕਹਿੰਦੇ, ਉੱਥੇ ਤੁਸੀਂ ਗੱਲ ਪੈ ਜਾਂਦੇ ਹੋ, ਫਿਰ ਉੱਥੇ ਵੀ ਤੁਹਾਡੇ ਕਰਮ ਚੱਕੇ ਜਾਣੇ ਚਾਹੀਦੇ ਨੇ। ਸੋ ਕਹਿਣ ਦਾ ਪਰਪਸ ਇਹ ਹੈ ਕਿ ਮਾਂ-ਬਾਪ ਜੇ ਘਰੇ ਵੀ ਬੈਠੇ ਨੇ ਨਾ, ਪੂਜਾ ਕਰੋ ਮਾਂ-ਬਾਪ ਦੀ। ਸਵੇਰੇ ਸ਼ਾਮ ਜਦੋਂ ਤੁਸੀਂ ਪੂਜਾ ਕਰਦੇ ਹੋ ਨਾ, ਉਹਨਾਂ ਦੇ ਦਿਲ ਦੀਆਂ ਜਿਹੜੀਆਂ ਸੀਸਾਂ ਜਿਹੜੀਆਂ ਨਿਕਲਦੀਆਂ ਨੇ ਨਾ, ਉਹ ਜਿਹੜੀਆਂ ਨੇ ਮਤਲਬ ਪੂਰਾ ਅਸਰ ਕਰਦੀਆਂ ਨੇ। ਜਦੋਂ ਅਸੀਂ ਘਰੇ ਮਾਂ-ਬਾਪ ਦੀ ਪਰਵਾਹ ਨਹੀਂ ਕਰਦੇ ਤੇ ਬਾਹਰ ਝਿੜਕਾਂ ਖਾ ਕੇ ਗਾਲਾਂ ਖਾ ਕੇ ਆਉਂਦੇ ਆ, ਉਹਦਾ ਕੋਈ ਫਾਇਦਾ ਨਹੀਂ। ਕੋਈ ਤੁਹਾਡਾ ਕਰਜ਼ਾ ਕੁਰਜ਼ਾ ਨਹੀਂ ਉਤਰਿਆ ਜਾਣਾ। ਐਵੇਂ ਬਾਬਿਆਂ ਨੇ ਭੁਲੇਖਾ ਪਾਇਆ ਵਾ ਵੀ ਤੁਹਾਡੇ ਕਰਮ ਕੱਟੇ ਜਾਣਗੇ। ਕਰਮ ਤਾਂ ਹੀ ਕੱਟੇ ਜਾਣਗੇ ਜਦੋਂ ਪਾਠ ਕਰੋਗੇ ਤੇ ਮਾਂ-ਬਾਪ ਦੀ ਸੇਵਾ ਕਰੋਗੇ। ਉਹਨਾਂ ਦੀਆਂ ਫਜ਼ੂਲ ਦੀਆਂ ਝਿੜਕਾਂ, ਝੂਠੀਆਂ ਝਿੜਕਾਂ, ਬਾਸਾ ਰਬਾਸੀ ਰੋਟੀਆਂ ਖਾਣ ਲਈ ਐਵੇਂ ਰੋਬ ਜੇ ਮਰੀ ਜਾਂਦੇ ਨੇ ਉੱਥੇ ਬੈਠੇ ਵੀ ਪਤਾ ਨਹੀਂ ਉਹਨਾਂ ਨੇ ਸੱਚਖੰਡ ਖਿੱਚ ਕੇ ਲਿਆ, ਨਾ ਉਹ ਆਪ ਗਏ ਨੇ, ਨਾ ਉਹਨਾਂ ਦਾ ਬਾਬਾ ਗਿਆ, ਨਾ ਕਿਸੇ ਹੋਰ ਨੇ ਜਾਣਾ। ਜਾਣਾ ਦਾ ਸੱਚਖੰਡ ਉਹ ਹੈ ਜਿਹੜਾ ਬੰਦਾ ਮਿਹਨਤ ਕਰੂਗਾ। ਜਿਹੜਾ ਬੰਦਾ ਮਿਹਨਤ ਕਰੂਗਾ, ਚਾਹੇ ਉਹ ਗੁਰਦੁਆਰੇ ਨੂੰ ਮੰਨਦਾ, ਚਾਹੇ ਉਹ ਮੰਦਿਰ ਨੂੰ ਮੰਨਦਾ, ਚਾਹੇ ਉਹ ਮਸਜਿਦ ਨੂੰ ਮੰਨਦਾ, ਕਿਸੇ ਨੂੰ ਵੀ ਨਹੀਂ ਮੰਨਦਾ। ਜਿਹੜਾ ਬੰਦਾ ਅੰਦਰ ਮਿਹਨਤ ਕਰਦਾ ਉਹੀ ਪਰਮਾਤਮਾ ਨੂੰ ਪਾ ਲੈਂਦਾ। ਇਹਦਾ ਮਤਲਬ ਇਹ ਨਹੀਂ ਵੀ ਜਿਹੜਾ ਇੱਕ ਬੰਦੇ ਬਾਬੇ ਨੂੰ ਨਹੀਂ ਮੰਨਦਾ ਤੇ ਉਹ ਕਦੇ ਤਰੱਕੀ ਨਹੀਂ ਕਰ ਸਕਦਾ। ਜਿਹਨੇ ਵੀ ਤਰੱਕੀ ਕੀਤੀ ਹੈ ਉਹਨੇ ਅੰਦਰੋਂ ਆਪਣਾ ਪਰਦਾ ਖੋਲ ਕੇ ਕੀਤੀ ਹੈ। ਤੁਸੀਂ ਦੇਖ ਲਓ, ਇਹ ਜਿਹੜਾ ਆਪਾਂ ਮਦਰਸ ਡੇ ਮਨਾ ਰਹੇ ਹਾਂ, ਇਹ ਕਮਰਸ਼ੀਅਲ ਕਿਵੇਂ ਹੋ ਗਿਆ। ਇੱਥੇ ਅਮਰੀਕਾ ਦੇ ਵਿੱਚ ਇੱਕ ਡੈਡ ਯੂਨੀਵਰਸਿਟੀ ਆ, DAD ਡੈਡ ਯੂਨੀਵਰਸਿਟੀ, ਉਹਨੇ ਰਿਸਰਚ ਕੀਤੀ ਸੀਗੀ। ਉਸ ਮੈਂ ਰਿਸਰਚ ਨੂੰ ਲੈ ਕੇ ਥੋੜੀ ਜਿਹੀ ਨੌਲੇਜ ਪੁਆਇੰਟ ਆਫ ਵਿਊ ਨਾਲ ਗੱਲ ਕਰਨੀ ਚਾਹਣਾ। ਤੇ ਉਹਨਾਂ ਦੀ ਰਿਸਰਚ ਦੱਸਦੀ ਹੈ ਕਿ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਫੋਨ ਕਾਲ ਜਿਹੜੀਆਂ ਨੇ ਉਹ ਮਦਰਸ ਡੇ ਵਾਲੇ ਦਿਨ ਹੁੰਦੀਆਂ ਨੇ। ਤੇ ਦੂਜੀ ਉਹਨਾਂ ਨੇ ਰਿਸਰਚ ਇਹ ਕੀਤੀ ਕਿ ਟੋਟਲ ਅਮਰੀਕਾ ਦੀ 1/3 ਪਾਪੂਲੇਸ਼ਨ ਜਿਹੜੀ ਹੈਗੀ ਉਹ ਹੋਟਲਸ ਰੈਸਟੋਰੈਂਟ ਦੇ ਵਿੱਚ ਜਾਂਦੀ ਹੈ ਉਸ ਦਿਨ, ਮਦਰਸ ਡੇ ਵਾਲੇ ਦਿਨ। ਤੇ ਇਸੇ ਤਰ੍ਹਾਂ ਹੀ ਉਹਨਾਂ ਦੀ ਰਿਸਰਚ ਦੱਸਦੀ ਹੈ ਕਿ 2020 ਦੇ ਵਿੱਚ, 2 ਸਾਲ ਪਹਿਲਾਂ, 113 ਮਿਲੀਅਨ ਕਾਰਡਸ ਉੱਥੇ ਵਿਕੇ ਸੀਗੇ। ਤੇ ਇਸੇ ਤਰ੍ਹਾਂ ਹੀ ਉਹਨਾਂ ਨੇ ਰਿਸਰਚ ਕੀਤੀ ਕਿ ਉਸ ਦਿਨ 2020 ਮਦਰਸ ਡੇ ਵਾਲੇ ਦਿਨ 26.7 ਬਿਲੀਅਨ, ਮਿਲੀਅਨ ਨਹੀਂ ਕਹਿ ਰਿਹਾ, ਬਿਲੀਅਨ ਡਾਲਰ ਫੁੱਲਾਂ ਦੇ ਉੱਤੇ, ਹੋਟਲਾਂ ਦੇ ਵਿੱਚ, ਕਾਰਡਸ ਦੇ ਉੱਤੇ ਜਾਂ ਹੋਰ ਤੋਹਫਿਆਂ ਦੇ ਉੱਤੇ ਖਰਚੇ ਕੀਤੇ ਗਏ। ਸੋ ਇਹ ਇੰਨਾ ਅਸੀਂ ਖਰਚ ਕਰਦੇ ਹਾਂ ਮਦਰ ਡੇ ਦੇ, ਇਸ ਕਰਕੇ ਕਮਰਸ਼ੀਅਲ ਹੈ। ਹੁਣ ਗੱਲ ਇਹ ਹੈ ਕਿ ਵਾਈ ਮਦਰ ਇਜ਼ ਸੋ ਇੰਪੋਰਟੈਂਟ। ਮਾਂ ਨੂੰ ਰੱਬ ਦਾ ਦਰਜਾ ਕਿਉਂ ਦਿੱਤਾ ਜਾਂਦਾ ਹੈ, ਖੁਦਾ ਦਾ ਦਰਜਾ ਕਿਉਂ ਦਿੱਤਾ ਜਾਂਦਾ ਹੈ, ਮਾਂ ਦੀ ਇੰਨੀ ਇੰਪੋਰਟੈਂਸ ਕਿਉਂ ਹੈ? ਇਹਦੇ ਲਈ ਮੈਂ ਗੱਲ ਕਰਨ ਦੇ ਲਈ ਤੁਹਾਨੂੰ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਕਿ ਮਹਾਤਮਾ ਬੁੱਧ ਇੱਕ ਵਾਰ ਬੈਠੇ ਸੀਗੇ, ਉਹ ਵੀ ਮਾਤਾ ਦਾ ਮਦਰ ਦੇ ਉੱਤੇ ਗੱਲਬਾਤ ਸਤਸੰਗ ਕਰ ਰਹੇ ਸੀਗੇ। ਤੇ ਦੂਸਰੇ ਦਿਨ ਕੋਈ ਬੰਦਾ ਆਇਆ ਤੇ ਉਹ ਮਹਾਤਮਾ ਬੁੱਧ ਨੂੰ ਕਹਿੰਦਾ ਕਿ ਮਹਾਤਮਾ ਜੀ, ਤੁਸੀਂ ਮਦਰ ਨੂੰ ਇੰਨਾ ਟੌਪ ਤੇ ਕਿਉਂ ਮੰਨਦੇ ਹੋ? ਮਦਰ ਦੀ ਇੰਨੀ ਕੀ ਇੰਪੋਰਟੈਂਸ ਹੈ? ਅਸੀਂ ਵੀ ਤਾਂ ਕੰਮ ਕਰਦੇ ਹਾਂ, ਅਸੀਂ ਜੌਬ ਤੇ ਜਾਂਦੇ ਹਾਂ, ਦੁਕਾਨਦਾਰੀ ਕਰਦੇ ਹਾਂ, ਇੰਡਸਟਰੀ ਚਲਾਉਂਦੇ ਹਾਂ, ਮਿਹਨਤ ਕਰਦੇ ਹਾਂ, ਰੋਟੀ ਪਾਣੀ ਅਸੀਂ ਬੱਚਿਆਂ ਨੂੰ ਪਾਲਦੇ ਹਾਂ, ਬੱਚਿਆਂ ਨੂੰ ਫੀਸਾਂ ਦਿੰਦੇ ਹਾਂ, ਉਹਨਾਂ ਦਾ ਪੂਰਾ ਖਿਆਲ ਕਰਦੇ। ਮਦਰ ਦੀ ਕਿਉਂ ਤੁਸੀਂ ਇੰਨੀ ਇੰਪੋਰਟੈਂਸ ਦਿੰਦੇ ਹੋ? ਮਹਾਤਮਾ ਬੁੱਧ ਕਹਿੰਦੇ ਠੀਕ ਹੈ, ਚੁੱਪ ਕਰਕੇ। ਕਹਿੰਦੇ ਭਾਈ ਸਾਹਿਬ, ਮੈਂ ਤੁਹਾਡੀ ਇਸ ਗੱਲ ਦਾ ਵੀ ਮਦਰ ਕਿਉਂ ਇੰਪੋਰਟੈਂਟ ਹੈ ਇਹਦਾ ਗੱਲ ਦਾ ਜਵਾਬ ਤੁਸੀਂ ਕੱਲ ਨੂੰ ਆ ਜਾਓ, ਮੈਂ ਤੁਹਾਨੂੰ ਇਸ ਗੱਲ ਦਾ ਜਵਾਬ ਦਿਓ। ਕਹਿੰਦਾ ਠੀਕ ਹੈ ਜੀ, ਆ ਜਾਊਗਾ। ਕਹਿੰਦੇ ਇੰਜ ਕਰੋ, ਉਹ ਸਾਹਮਣੇ ਇੱਕ ਪੱਥਰ ਪਿਆ, ਉਹਨੂੰ ਚੱਕ ਕੇ ਲਿਆ। ਉਹ 2-4 ਕਿਲੋ ਦਾ ਪੱਥਰ ਸੀਗਾ, ਉਹ ਚੱਕ ਲਿਆ, ਭਗਤ ਸੀਗਾ ਮਹਾਤਮਾ ਬੁੱਧ ਦਾ। ਉਹ ਜਦੋਂ ਪੱਥਰ ਲਿਆ, ਕਹਿੰਦਾ ਆ ਲਓ ਜੀ ਪੱਥਰ। ਕਹਿੰਦਾ ਹਾਂ ਠੀਕ ਹੈ। ਕਹਿੰਦਾ ਇੱਕ ਕੱਪੜਾ ਲਿਆ, ਉਹਨੇ ਕੱਪੜਾ ਲਿਆਇਆ। ਉਹ ਕਹਿੰਦਾ ਹੁਣ ਨਾ ਉਹ ਆਪਣੇ ਇੱਕ ਹੋਰ ਚੇਲੇ ਨੂੰ ਕਹਿੰਦੇ ਇਹਦੇ ਪੇਟ ਦੇ ਉੱਤੇ ਪੱਥਰ ਬੰਨ੍ਹਦੇ ਕੱਪੜੇ ਦੇ ਨਾਲ। ਉਹ ਪੇਟ ਦੇ ਉੱਤੇ ਪੱਥਰ ਜਿਹੜਾ 4-5 ਕਿਲੋ ਦਾ ਸੀ ਬੰਨ੍ਹਦਾ ਕੱਪੜੇ ਦੇ ਨਾਲ। ਕਹਿੰਦੇ ਹੁਣ ਤੂੰ ਇਹ ਬੰਨੀ ਰੱਖੀ, ਕੱਲ ਨੂੰ ਆਈ ਤੇ ਤੈਨੂੰ ਮੈਂ ਦੱਸੂਗਾ ਕਿ ਮਦਰ ਦੀ ਕੀ ਇੰਪੋਰਟੈਂਸ ਹੈ। ਉਹ ਚਲਾ ਗਿਆ ਵਿਚਾਰਾ। ਉਹ ਜਦੋਂ ਚਲਿਆ ਗਿਆ, ਪੱਥਰ ਨੂੰ ਢਿੱਡ ਤੇ ਬੰਨਿਆ ਹੋਇਆ, ਉਹ ਪਾਣੀ ਪੀਵੇ ਤਾਂ ਵੀ ਔਖਾ, ਰੋਟੀ ਖਾਵੇ ਤਾਂ ਵੀ ਔਖਾ, ਸੌਵੇ ਤਾਂ ਵੀ ਔਖਾ, ਬੜਾ ਔਖਾ ਹੋਇਆ। ਉਹ ਕਹਿੰਦਾ ਯਾਰ ਇਹ ਪਤਾ ਨਹੀਂ ਮਹਾਤਮਾ ਬੁੱਧ ਨੇ ਪੱਥਰ ਕਿਉਂ ਬੰਨ੍ਹਦਾ? ਪੱਥਰ ਦਾ ਮਦਰ ਦੀ ਇੰਪੋਰਟੈਂਸ ਨਾਲ ਕੀ ਲਿੰਕ ਹੈ? ਉਹ ਸ਼ਾਮ ਨੂੰ ਬਹੁਤ ਦੁਖੀ ਹੋ ਗਿਆ, ਚਾਹ ਕੇ ਕਹਿੰਦਾ ਮੈਂ ਨਹੀਂ ਹੁਣ ਕੱਲ ਨੂੰ ਜਾਣਾ, ਮੈਂ ਤਾਂ ਬਹੁਤ ਦੁਖੀ ਹਾਂ। ਉਹ ਮਹਾਤਮਾ ਬੁੱਧ ਕੋਲੇ ਸ਼ਾਮ ਨੂੰ ਹੀ ਚਲਾ ਗਿਆ 4-5 ਘੰਟੇ ਬਾਅਦ। ਕਹਿੰਦਾ ਮਹਾਤਮਾ ਜੀ, ਮੈਨੂੰ ਗੱਲ ਨਹੀਂ ਸਮਝ ਲੱਗੀ ਵੀ ਜਿਹੜਾ ਤੁਸੀਂ ਮੇਰੇ ਪੱਥਰ ਬੰਨੇ ਆ, ਸਟੋਨ ਬੰਨਿਆ ਪੇਟ ਦੇ ਉੱਤੇ, ਇਹਦਾ ਮੇਰੇ ਸਵਾਲ ਨਾਲ ਕੀ ਲਿੰਕ ਹੈ ਕਿ ਮਦਰ ਦੀ ਕੀ ਇੰਪੋਰਟੈਂਸ, ਤੁਸੀਂ ਇਹ ਪੱਥਰ ਕਿਉਂ ਬੰਨਿਆ? ਕਹਿੰਦਾ ਓਕੇ, ਹੈ ਜੀ ਕੋਈ ਇੰਪੋਰਟੈਂਸ, ਤੈਨੂੰ ਕਿਉਂ ਬੰਨਿਆ? ਕਹਿੰਦਾ ਮੈਂ ਤਾਂ ਬਹੁਤ ਔਖਾ, ਮੈਂ ਨਹੀਂ ਪੱਥਰ ਬੰਨਣਾ। ਕਹਿੰਦਾ ਚੰਗਾ ਖੋਲ ਦੇ। ਕਹਿੰਦੇ ਹੁਣ ਤੈਨੂੰ ਇਹਦਾ ਆਨਸਰ ਪਤਾ ਲੱਗ ਗਿਆ? ਕਹਿੰਦਾ ਨਹੀਂ ਜੀ ਮੈਨੂੰ ਤਾਂ ਨਹੀਂ ਲੱਗਾ। ਕਹਿੰਦਾ ਬਸ ਦਿਮਾਗ ਲਾ, ਸੋਚ ਥੋੜਾ ਜਿਹਾ। ਤੇਰੇ ਕੋਲੇ 4-5 ਕਿਲੋ ਦਾ ਪੱਥਰ ਬੰਨਿਆ, ਤੂੰ 4-5 ਘੰਟੇ ਨਹੀਂ ਸਹਾਰ ਸਕਿਆ। ਮਦਰ ਦੇ ਪੇਟ ਦੇ ਵਿੱਚ ਬੱਚਾ ਹੁੰਦਾ 5-6 ਕਿਲੋ ਦਾ,
10 ਪਾਉਂਡ ਦਾ 5 ਪਾਉਂਡ ਦਾ, ਉਹ ਰੋਟੀ ਵੀ ਬਣਾਉਂਦੀ ਹੈ, ਉਹ ਕੰਮ ਵੀ ਕਰਦੀ ਹੈ, ਉਹਦੀ ਤਬੀਅਤ ਵੀ ਖਰਾਬ ਹੁੰਦੀ ਹੈ, ਉਹਨੂੰ ਲੂਜ਼ ਮੋਸ਼ਨ ਵੀ ਲੱਗਦਾ ਆਉਂਦੇ ਨੇ, ਉਹਨੂੰ ਵੋਮਟਿੰਗ ਵੀ ਆਉਂਦੀਆਂ ਨੇ, ਉਹ ਫੇਰ ਵੀ ਘਰ ਦਾ ਕੰਮਕਾਰ ਕਰਦੀ ਹੈ। ਤੇ ਜਦੋਂ ਡਿਲੀਵਰੀ ਹੁੰਦੀ ਹੈ ਕਿੰਨੀਆਂ ਚੀਕਾਂ ਪੈਂਦੀਆਂ, ਕਿੰਨੀਆਂ ਤਕਲੀਫਾਂ ਹੁੰਦੀਆਂ, ਫੇਰ ਵੀ ਕੁਛ ਹੁੰਦੀ ਹੈ। ਤੇ ਤੂੰ 4 ਘੰਟੇ ਨਹੀਂ ਰੱਖ ਸਕਿਆ, ਮਦਰ 9 ਮਹੀਨੇ ਕੰਟੀਨਿਊਸਲੀ ਪੇਟ ਚਲਾਉਂਦੀ ਹੈ, ਫੇਰ ਵੀ ਖੁਸ਼ ਰਹਿੰਦੀ ਹੈ, ਫਿਰ ਉਹਦੀ ਇੰਪੋਰਟੈਂਸ ਹੈਗੀ ਕਿ ਨਹੀਂ ਹੈਗੀ? ਉਹ ਕਹਿੰਦਾ ਹਾਂਜੀ ਹੁਣ ਮੈਨੂੰ ਸਮਝ ਲੱਗ ਗਿਆ। ਸੋ ਮਦਰ ਜਿਹੜੀ ਹੈ ਨਾ, ਉਹ ਬੱਚੇ ਨੂੰ ਪੇਟ ਦੇ ਵਿੱਚ ਰੱਖਣਾ ਕੋਈ ਸੌਖੀ ਗੱਲ ਨਹੀਂ ਹੈ। ਜੇ ਕਰਨਾ ਹੋਵੇ, ਮੈਂ ਤਾਂ ਕਹਿੰਦਾ ਵੀ ਰੱਬ ਜੇ ਮੇਰੀ ਗੱਲ ਮੰਨ ਲੈ ਨਾ, ਇਹ 50-50 ਕਰ ਦੇ, ਜੇ ਕਿ 50% ਮਦਰ ਵੀ, ਇੱਕ ਬੱਚਾ ਮਦਰ ਜੰਮੇ, ਇੱਕ ਬੱਚਾ ਪਿਓ ਜੰਮੇ, ਫਿਰ ਪਿਓ ਨੂੰ ਅਹਿਸਾਸ ਹੋਊਗਾ ਕਿ ਬੱਚਾ ਜੰਮਣਾ ਕਿੰਨਾ ਔਖਾ ਹੈ। ਸੋ ਮਾਲਕ ਦੀ ਲੀਲਾ, ਐਸੇ ਕਰਕੇ ਤਾਂ ਉਹਨੂੰ ਮਾਲਕ ਦਾ ਰੂਪ ਕਿਹਾ ਗਿਆ। ਸੋ ਦੇਖੋ ਨਾ, ਅੱਜ ਬੰਦਾ ਦੁਖੀ ਕਿਉਂ ਹੈ? ਕੋਈ ਦੇਖ ਲਓ, ਹਰ ਬੰਦਾ ਪਰੇਸ਼ਾਨੀ ਹੈ, ਪਰੇਸ਼ਾਨੀ ਹੈ। ਕਿਸੇ ਨੂੰ ਕੋਈ ਪਰੇਸ਼ਾਨੀ ਹੈ, ਕਿਸੇ ਨੂੰ ਕੋਈ ਪਰੇਸ਼ਾਨੀ ਹੈ, ਕਿਸੇ ਨੂੰ ਕੰਮ ਨਹੀਂ ਮਿਲਦਾ, ਕੋਈ ਬੇਰੁਜ਼ਗਾਰ ਹੈ, ਕਿਸੇ ਨੂੰ ਬਿਮਾਰੀ ਨੇ ਤੰਗ ਕੀਤਾ ਹੈ, ਹਾਂਜੀ, ਕਿਸੇ ਦੇ ਕੋ ਹੱਥ ਪੈਰਾਂ ਦੀ ਕੋਈ ਪ੍ਰੋਬਲਮ ਹੈ, ਕਿਸੇ ਨੇ ਫੈਮਿਲੀ ਕਰਕੇ ਪ੍ਰੋਬਲਮ ਹੈ। ਸੋ ਰੂਹਾਨੀਅਤ ਦੇ ਤੌਰ ਤੇ, ਕਿਉਂਕਿ ਅੱਜ ਮਦਰਸ ਡੇ ਹੈ, ਮੈਂ ਮਦਰਸ ਡੇ ਨਾਲ ਟੱਚ ਕਰਦਾ ਵੀ ਅੱਜ ਸਾਨੂੰ ਜਿੰਨੀਆਂ ਵੀ ਮੁਸ਼ਕਲਾਂ ਨੇ, ਉਹਦਾ ਕੋਈ ਹੱਲ ਨਹੀਂ ਲੱਭਦਾ। ਕਈ ਵਾਰੀ ਬੱਚੇ ਸਾਡਾ ਕਹਿਣਾ ਨਹੀਂ ਮੰਨਦੇ, ਰਾਤ ਨੂੰ ਕਲੱਬਾਂ 'ਚ ਜਾਂਦੇ ਨੇ, ਕਦੇ ਸਾਨੂੰ ਰੁਜ਼ਗਾਰ ਨਹੀਂ ਮਿਲਦਾ, ਕਦੇ ਸਾਡਾ ਇਮੀਗ੍ਰੇਸ਼ਨ ਨਹੀਂ ਹੁੰਦਾ, ਕਦੇ ਪੱਕੇ ਪੇਪਰ ਨਹੀਂ ਮਿਲਦੇ, ਕਦੇ ਵਰਕ ਪਰਮਿਟ ਨਹੀਂ ਮਿਲਦਾ, ਕਦੇ ਕੈਨੇਡਾ ਦਾ ਵੀਜ਼ਾ ਨਹੀਂ ਮਿਲਦਾ, ਕਦੇ ਕੋਈ ਬਿਮਾਰੀ ਨੇ ਘੇਰਿਆ ਹੋਇਆ। ਉਹਦਾ ਕਾਰਨ ਕੀ ਹੈ? रूहानियत ਦੇ ਵਿੱਚ ਕਾਰਨ ਇਹ है, किसी भी मुश्किल का आज हल नहीं निकलता, किसी भी मुश्किल का आज हल नहीं निकलता, क्योंकि आज कोई माँ बाप के पैर को छू के नहीं निकलता। ਇਹਦਾ मतलब मैं कुछ अपने बोलने जोड़ियां हो सकता ना पूरी, किसी भी मुश्किल का आज हल नहीं निकलता, क्योंकि कोई ਅੱਜ माँ बाप ਦੇ ਪੈਰ ਛੂ ਕੇ ਨਹੀਂ ਨਿਕਲਦਾ। ਮਾਂ ਬਾਪ ਦੇ ਅੱਗੇ ਜਿਹੜੇ ਹੁੰਦੇ ਸੀਗੇ, ਅਸੀਂ ਆਪਣੇ ਪੇਰੈਂਟਸ ਨੂੰ ਦੇਖਿਆ, ਮੈਂ ਆਪਣੇ ਭਾਂਜੇ ਨੂੰ ਵੀ ਦੇਖਿਆ ਕੈਲਗਰੀ, ਕਿ ਉਹ ਸਵੇਰੇ ਸ਼ਾਮ ਮੇਰੇ ਸਿਸਟਰ ਦੇ ਜ਼ਰੂਰ ਕੰਮ ਤੋਂ ਜਾਣ ਤੋਂ ਪਹਿਲਾਂ ਤੇ ਕੰਮ ਤੋਂ ਆ ਕੇ ਬਾਅਦ ਪੈਰੀ ਹੱਥ ਨਾਲ ਜਿਹੜੇ ਮਾਂ ਦੀਆਂ ਜਿਹੜੀਆਂ ਸੀਸਾਂ ਹੁੰਦੀਆਂ ਨੇ ਨਾ, ਉਹਦੇ ਨਾਲ ਮਤਲਬ 99% ਮੁਸ਼ਕਲਾਂ ਸੋਲਵ ਹੁੰਦੀਆਂ, ਕਿਉਂਕਿ ਉਹ ਅੰਦਰੋਂ ਹਕੀਕਤ ਨੂੰ ਮੰਨ ਕੇ ਚੱਲਦੀ ਹੈ। ਜਿੰਨੇ ਮਰਜ਼ੀ ਆਪਾਂ ਵਰਤ ਰੱਖ ਲਈਏ, ਰੋਜ਼ੇ ਰੱਖ ਲਈਏ, पूजा पाठ कर लिए, किसी ने रोजा रखा, किसी ने व्रत रखा, कबूल उनका होगा जिसने अपने माँ बाप को पास रखा। ਜਿਹੜੇ ਮਾਂ ਬਾਪ ਨੂੰ ਆਪਣੇ ਨਾਲ ਰੱਖਦੇ ਨੇ ਨਾ, ਉਹਨਾਂ ਨੂੰ ਪੂਜਾ ਪਾਠ ਕਰਨ ਦੀ ਲੋੜ ਨਹੀਂ, ਕਿਉਂਕਿ ਸਭ ਤੋਂ ਵੱਡੀ ਜਿਹੜੀ ਪੂਜਾ ਹੈ ਉਹ ਮਾਂ ਬਾਪ ਦੀ ਹੈ। ਦੇਖੋ ਮਾਂ ਦੀ ਸੈਕਰੀਫਾਈਸ ਕਿੰਨੀ ਹੈ। ਕਹਿੰਦੇ ਇੱਕ ਵਾਰ ਮਾਂ ਤੇ ਬੱਚਾ ਰਹਿੰਦੇ ਸੀ ਘਰ, ਫਾਦਰ ਦੀ ਡੈਥ ਹੋ ਗਈ, ਸੋ ਬੱਚਾ ਆਪਣੀ ਮਾਂ ਦੇ ਨਾਲ ਸੀ। ਤੇ ਉਹ ਜਦੋਂ ਬੱਚਾ ਪਹਿਲਾਂ ਮਾਂ ਨਾਲ ਬਹੁਤ ਪਿਆਰ ਕਰਦਾ, ਜਦੋਂ ਉਹ ਸਕੂਲ ਗਿਆ 4-5 ਜਮਾਤਾਂ 'ਚ ਹੋ ਗਿਆ, ਉਹਨੂੰ ਸੁਰਤ ਆਈ ਤੇ ਉਹਨੇ ਚੰਗੀ ਤਰ੍ਹਾਂ ਦੇਖਿਆ ਕਿ ਮਾਂ ਇੱਕ ਅੱਖ ਤੋਂ ਅੰਨੀ ਹੈ, ਉਹਨੂੰ ਦਿਖਾਈ ਨਹੀਂ ਦਿੰਦਾ। ਉਹਨੇ ਮਾਂ ਨੂੰ ਪੁੱਛਿਆ ਕਿ ਮਾਂ ਤੈਨੂੰ ਇੱਕ ਅੱਖ ਤੋਂ ਅੰਨੀ ਕਿਉਂ ਹੈ? ਉਹ ਕਹਿੰਦੀ ਬੇਟਾ ਬਚਪਨ ਦੇ ਵਿੱਚ ਹੋ ਗਈ ਸੀਗੀ। ਤੇ ਫਿਰ ਜੋ ਥੋੜਾ ਜਿਹਾ ਹੋਰ ਵੱਡਾ ਹੋਇਆ 6ਵੀਂ-7ਵੀਂ ਕਲਾਸ ਦੇ ਵਿੱਚ, ਤੇ ਉਹਨੇ ਦੇਖਿਆ ਕਿ ਮੇਰੀ ਮਾਂ ਦੇ ਮੂੰਹ ਦੇ ਉੱਤੇ ਬਲੈਕ ਧੱਬੇ ਨੇ, ਛਾਈਆਂ ਨੇ। ਉਹਨੇ ਪੁੱਛਿਆ ਤੇਰਾ ਮੂੰਹ ਮਾਂ ਕਾਲਾ ਕਿਉਂ ਹੈ? ਉਹ ਕਹਿੰਦੀ ਬੇਟਾ ਬਸ ਹੋ ਗਿਆ, ਕਾਫੀ ਸਾਲਾਂ ਤੋਂ ਹੈ। ਗੱਲ ਟਾਲਤੀ। ਤੇ ਬੱਚੇ ਦੇ ਵਿੱਚ ਇਨਫੀਰੀਟੀ ਕੰਪਲੈਕਸ ਆ ਗਿਆ ਕਿ ਉਹ ਆਪਣੀ ਮਾਂ ਨੂੰ ਸਕੂਲ ਦੇ ਵਿੱਚ ਨਹੀਂ ਲੈ ਕੇ ਜਾਂਦਾ ਸੀ ਕਿ ਬੱਚੇ ਕੀ ਕਹਿਣਗੇ, ਇਹਦੀ ਮਾਂ ਨੂੰ ਤਾਂ ਨੀਂਦਾ ਨਹੀਂ ਹੈ, ਅੰਨੀ ਹੈ, ਜਿਹਦਾ ਮੂੰਹ ਤਾਂ ਕਿਹੋ ਜਿਹਾ, ਸ਼ਕਲ ਕੋਈ ਹੋਰ ਤਰ੍ਹਾਂ ਵਿਗੜੀ ਵੀ ਹੈ। ਉਹ ਇਨਫੀਰੀਟੀ ਕੰਪਲੈਕਸ ਆ ਗਿਆ। ਮਾਂ ਨੇ ਪੂਰੀ ਕੋਸ਼ਿਸ਼ ਕਰਕੇ ਉਹਨੂੰ ਪੜਾਇਆ। ਜਦੋਂ ਉਹ ਵੱਡਾ ਅਫਸਰ ਬਣ ਗਿਆ ਤੇ ਉਹਨੇ ਮਾਂ ਨੂੰ ਕਿਹਾ ਵੀ ਹੁਣ ਤੂੰ ਮੇਰੇ ਨਾਲ ਨਾ ਰਹਿ, ਤੈਨੂੰ ਮੈਂ ਕਿਰਾਇਆ ਦੇ ਦੇਣਾ, ਤੂੰ ਦੂਜੇ ਥਾਂ ਤੇ ਚਲੀ ਜਾ, ਕਿਉਂਕਿ ਇੱਥੇ ਅਸੀਂ ਰਹਿਣਾ, ਜਾਂ ਫਿਰ ਅਸੀਂ ਇੱਥੇ ਤੂੰ ਇੱਥੇ ਰਹਿ ਲਾ, ਅਸੀਂ ਕਿਤੇ ਹੋਰ ਚਲੇ ਜਾਂਦੇ ਹਾਂ। ਮਾਂ ਨੂੰ ਬੜੀ ਤਕਲੀਫ ਹੋਈ ਕਿ ਮੈਂ ਇਹਨੂੰ ਕਿੰਨਾ ਪਿਆਰ ਦੇ ਨਾਲ, ਲਾਡ ਦੇ ਨਾਲ ਪਾਲਿਆ, ਇਹ ਨਾ ਮੈਨੂੰ ਸਕੂਲ ਚਲ ਜਾਂਦਾ, ਮੈਨੂੰ ਨਫ਼ਰਤ ਕਰਦਾ ਔਰ ਮੇਰੇ ਨਾਲ ਰਹਿਣ ਨੂੰ ਤਿਆਰ ਨਹੀਂ। ਜਦੋਂ ਕਿ ਮਾਂ-ਬਾਪ ਚਾਹੁੰਦੇ ਨੇ ਬੱਚੇ ਨੂੰ ਪਾਲਦੀ ਇਸ ਕਰਕੇ ਨੇ ਕਿ ਜਦੋਂ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ, ਜਦੋਂ ਉਹ ਬੁੱਢੇ ਹੋ ਜਾਂਦੇ, ਜਦੋਂ ਉਹਨਾਂ ਨੂੰ ਹੈਲਪ ਦੀ ਲੋੜ ਹੁੰਦੀ ਹੈ, ਉਹ ਚਾਹੁੰਦੇ ਨੇ ਕਿ ਬੱਚੇ ਸਾਡੀ ਸੇਵਾ ਕਰਨ ਜਿਨ੍ਹਾਂ ਨੂੰ ਅਸੀਂ ਪਾਲਿਆ ਪੋਸਿਆ। ਪਰ ਬੱਚੇ ਉਦੋਂ ਇਗਨੋਰ ਕਰ ਦਿੰਦੇ ਨੇ, ਕੰਪਲੈਕਸ ਆ ਜਾਂਦਾ। ਜਨਾਨੀ ਵੀ ਨਾਲ ਆਈ ਸੀ, ਜਨਾਨੀ ਵੀ ਚੱਕਦੀ ਸੀ ਵੀ ਇਹਨੂੰ ਕਿਤੇ ਪਾਸੇ ਹੋਰ ਭੇਜ ਦਿਓ। ਸੋ ਮਾਂ ਨੂੰ ਇੰਨੀ ਤਕਲੀਫ ਹੋਈ। ਸੋ ਕਹਿੰਦੇ ਨੇ ਵੀ ਇੱਕ ਦਿਨ ਮਾਂ ਦੀ ਜਦੋਂ ਡੈਥ ਹੋਈ ਨਾ, ਤਾਂ ਉਹਨੇ ਸਵੇਰੇ ਦੇਖਿਆ ਕਿ ਮਾਂ ਮਰੀ ਪਈ ਹੈ, ਤੇ ਉਹਦੇ ਬਿਸਤਰੇ ਦੇ ਉੱਤੇ ਇੱਕ ਚਿੱਠੀ ਸੀਗੀ। ਉਹ ਜਦੋਂ ਚਿੱਠੀ ਖੋਲੀ ਬੱਚੇ ਨੇ, ਤਾਂ ਉਹ ਮਾਂ ਨੇ ਲਿਖਿਆ ਸੀਗਾ, ਬੇਟਾ ਤੂੰ ਮੈਨੂੰ ਸਾਰੀ ਜ਼ਿੰਦਗੀ ਪੁੱਛਦਾ ਰਿਹਾ ਕਿ ਤੂੰ ਅੰਨੀ ਕਿਉਂ ਹੈ, ਤੈਨੂੰ ਮੈਂ ਕਹਿੰਦੀ ਸੀ ਬਚਪਨ 'ਚ ਹੋ ਗਈ ਸੀ, ਅੱਜ ਮੈਂ ਤੈਨੂੰ ਦੱਸਣਾ ਚਾਹੁੰਦੀ ਹਾਂ ਵੀ ਮੈਂ ਅੰਨੀ ਕਿਉਂ ਹੋ ਗਈ। ਮੈਂ ਅੰਨੀ ਤਾਂ ਹੋਈ ਸੀ, ਤੂੰ ਜਦੋਂ 4-5 ਸਾਲ ਦਾ ਸੀ, ਤੂੰ ਖੇਡਦਾ ਸੀਗਾ ਗੁੱਲੀ ਡੰਡਾ, ਤੇ ਤੇਰੇ ਜ਼ੋਰ ਦੇ ਆ ਕੇ ਗੁੱਲੀ ਅੱਖ 'ਚ ਵੱਜੀ, ਤੇਰੀ ਇੱਕ ਨਿਗਾਹ ਅੱਖ ਅੰਨੀ ਹੋ ਗਈ। ਤੇ ਉਸ ਵੇਲੇ ਡਾਕਟਰਾਂ ਨੇ ਕਿਹਾ, ਜਦੋਂ ਮੈਂ ਬਹੁਤ ਰੋਈ, ਮੇਰਾ ਮੁੰਡਾ ਅੰਨਾ ਹੋ ਗਿਆ, ਉਹ ਕਹਿੰਦਾ ਹਾਂ ਇਹਦੀ ਅੱਖ ਨੂੰ ਅਸੀਂ ਠੀਕ ਕਰ ਸਕਦੇ ਹਾਂ,
ਪਰ ਇਹਦੀ ਅੱਖ ਇਹਨੂੰ ਕਿਸੇ ਦੀ ਕੱਢ ਕੇ ਦੇਣੀ ਪਊਗੀ। ਤੇ ਮਾਂ ਕਹਿੰਦੀ ਵੀ ਮੈਂ 1 ਮਿੰਟ ਨਹੀਂ ਲਾਇਆ, ਡਾਕਟਰ ਨੂੰ ਕਿਹਾ ਵੀ ਮੇਰਾ ਬੱਚਾ ਦੀ ਅੱਖ ਬਚਣੀ ਚਾਹੀਦੀ ਹੈ, ਮੈਂ ਆਪਣੀ ਇੱਕ ਅੱਖ ਕੱਢ ਕੇ ਤੇਰੇ 'ਚ ਪਵਾਈ। ਹੁਣ ਜਿਹੜਾ ਤੂੰ ਦੇਖ ਰਿਹਾ ਨਾ, ਮੈਂ ਅੰਨੀ ਆ, ਉਹ ਅੰਨੀ ਤਾਂ ਆ ਕਿਉਂਕਿ ਤੂੰ ਦੇਖ ਰਿਹਾ। ਤੂੰ ਮੈਨੂੰ ਪੁੱਛਦਾ ਹੁੰਦਾ ਸੀ ਨਾ ਤੇਰੇ ਮੂੰਹ ਤੇ ਵੀ ਕਾਲੀਆਂ ਸ਼ਾਹੀਆਂ ਕਿਉਂ ਨੇ, ਧੱਬੇ ਕਿਉਂ ਨੇ, ਬੇਟਾ ਅੱਜ ਮੈਂ ਤੈਨੂੰ ਦੱਸਣਾ ਚਾਹੁੰਦੀ ਆ। ਤੇ ਤੈਨੂੰ ਪੀਲੀਆ ਹੋ ਗਿਆ ਸੀ, ਤੈਨੂੰ ਇੱਕ ਭੈੜੀ ਬਿਮਾਰੀ ਹੋ ਗਈ, ਤੇਰਾ ਖੂਨ ਘਟ ਗਿਆ। ਤੇ ਡਾਕਟਰ ਕਿਉਂਕਿ ਇੰਨੇ ਹੁੰਦੇ ਨਹੀਂ ਸੀ ਪਿੰਡ ਦੇ ਵਿੱਚ, ਤੇ ਉਹਨਾਂ ਨੇ ਕਿਹਾ ਖੂਨ ਦੇਣਾ ਪਊਗਾ, ਤੇ ਤੇਰਾ ਮੇਰੇ ਨਾਲ ਖੂਨ ਮਿਲਦਾ ਸੀ। ਉਹ ਡਾਕਟਰ ਵੀ ਜਿੰਨਾ ਸਿਆਣਾ ਨਹੀਂ ਸੀ, ਉਹਨੇ ਮੇਰਾ ਬਹੁਤ ਜ਼ਿਆਦਾ ਖੂਨ ਕੱਢ ਲਿਆ। ਤੂੰ ਤਾਂ ਠੀਕ ਹੋ ਗਿਆ, ਪਰ ਜ਼ਿਆਦਾ ਖੂਨ ਕੱਢਣ ਦੇ ਨਾਲ ਮੇਰੇ ਮੂੰਹ ਤੇ ਸਿਆਹੀਆਂ ਹੋ ਗਈਆਂ, ਕਾਲਸ ਦੇ ਧੱਬੇ ਬਣ ਗਏ। ਸੋ ਉਸ ਤੋਂ ਬਾਅਦ ਬੱਚਾ ਰੋਇਆ, ਪਰ ਕਹਿੰਦੇ ਨੇ ਅਬ ਪਛਤਾਏ ਹੋਤ ਕਿਆ ਜਬ ਚਿੜੀਆਂ ਚੁੱਕੀ ਖੇਤ। ਸੋ ਮਾਂ ਜਿਹੜੀ ਹੈਗੀ ਨਾ, ਮਾਂ ਦਾ ਦਰਜਾ, ਮਾਂ ਦੀ ਜਿਹੜੀ ਕੁਰਬਾਨੀ ਹੈ ਨਾ, ਉਹ ਕਦੇ ਵੀ ਪੂਰੀ ਨਹੀਂ ਹੋ ਸਕਦੀ। ਤੁਸੀਂ ਬਾਕੀ ਗੱਲਾਂ ਛੱਡੋ, ਮੈਂ ਤੁਹਾਨੂੰ ਆਪਣੀ ਦੱਸ ਦਿੰਦਾ। ਜਿਉਂਦਾ ਜਾਗਦਾ ਬੈਠਾ ਬੰਦਾ। ਮੈਂ ਜਦੋਂ 70s ਦੇ ਵਿੱਚ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲੇ ਪੜ੍ਹਦਾ ਸੀਗਾ, ਬਰਨਾਲੇ ਦਾ ਮੈਂ ਰਹਿਣ ਵਾਲਾ, ਕਿਉਂਕਿ ਪੈਸੇ ਹੁੰਦੇ ਨਹੀਂ ਸੀਗੇ। ਸਟੇਸ਼ਨ ਦੇ ਉੱਤੇ ਹੁੰਦੇ 2 ਰੁਪਏ ਤੇ 25 ਪੈਸੇ ਉਦੋਂ ਟਿਕਟ ਦਾ, ਰੇਲਵੇ ਸਟੇਸ਼ਨ ਦਾ ਕਿਰਾਇਆ ਸੀ, ਮੈਨੂੰ ਅੱਜ ਵੀ ਯਾਦ ਹੈ। ਸਟੇਸ਼ਨ ਤੋਂ ਗੱਡੀ ਫੜ ਲੈਣੀ, ਟਿਕਟ ਲੈਂਦੇ ਨਹੀਂ ਸੀਗੇ ਵਿਦਆਊਟ ਟਿਕਟ। ਉਹ ਜਿਹੜਾ ਟੀਟੀ ਹੁੰਦਾ ਸੀ, ਕਿਤੇ ਇੱਧਰ ਡੱਬੇ ਮਾਰੇ, ਕਿਤੇ ਉੱਧਰ ਡੱਬੇ ਮਾਰੇ, ਅਖੀਰ 'ਚ ਉਹਨੂੰ ਉਹ ਵੀ ਨਹੀਂ ਚੈੱਕ ਕਰਦਾ ਸੀ। ਮੁੰਡੇ ਉਹਨੂੰ ਪਤਾ ਬਾਂਦਰ ਕੌਮ ਹੈ, ਐਵੇਂ ਰੋੜੇ ਚੱਕ ਕੇ ਮਾਰਨਗੇ। ਤੇ ਅਸੀਂ ਬਰਨਾਲੇ ਆ ਜਾਣਾ, ਸਟੇਸ਼ਨ ਤੇ ਉਤਰ ਕੇ ਉੱਥੇ ਬ੍ਰੈਡ ਖਾਣੀ, ਤੇ ਉੱਥੇ ਹੋਟਲ ਦੇ ਉੱਤੇ ਰੋਟੀ ਖਾ ਲੈਣੀ। ਜਦੋਂ ਘਰੇ ਜਾਣਾ ਤੇ ਮੇਰੀ ਮਦਰ ਨੇ ਮੈਨੂੰ ਕਹਿਣਾ, ਕਿਉਂਕਿ ਉਹਨਾਂ ਨੂੰ ਮਦਰ ਨੂੰ ਸਮੈਲ ਹੁੰਦੀ ਹੈ। ਇਹ ਤੁਸੀਂ ਜਦੋਂ ਮਾਂ ਬਣ ਜਾਓਗੇ ਫੇਰ ਤੁਹਾਨੂੰ ਪਤਾ ਲੱਗਦਾ। ਮਾਂ ਨੂੰ ਪਤਾ ਹੁੰਦਾ, ਮਾਂ ਨੂੰ ਸਾਰੀ ਨੀਂਦ ਨਹੀਂ ਆਉਂਦੀ ਜਦੋਂ ਤੁਸੀਂ ਬਾਹਰ ਜਾਂਦੇ ਹੋ, ਕਿ ਬੱਚਾ ਠੀਕ ਠਾਕ ਹੋਵੇ, ਕਿਤੇ ਗਲਤ ਕੰਪਨੀ ਆ ਪੈ ਜਾਏ, ਠੀਕ ਟਾਈਮ ਤੇ ਆ ਜਾਏ, ਕਿਤੇ ਐਕਸੀਡੈਂਟ ਲੇਟ ਕਿਉਂ ਹੈ। ਬੱਚੇ ਨੂੰ ਸੁਣਦਾ ਮਾਂ-ਬਾਪ ਸੁੱਤੇ ਹੋਣਗੇ, 1 ਮਿੰਟ ਲਈ ਵੀ ਨਹੀਂ ਸੌਂਦੀ, ਬੱਚੇ ਦਾ ਇੰਨਾ ਫਿਕਰ ਕਰਦੀ ਹੈ। ਸੋ ਇਸੇ ਤਰ੍ਹਾਂ ਮੇਰੀ ਮਦਰ ਨੂੰ ਫਿਕਰ ਹੁੰਦਾ ਸੀ, ਮੁੰਡਾ ਆਇਆ ਖੁਸ਼ੀ ਦੇ ਵਿੱਚ, ਉਹਨੇ ਕੋਈ ਸਬਜ਼ੀ ਬਣਾਉਣੀ ਜਾਂ ਦਾਲ ਬਣਾਉਣੀ। ਮਿਡਲ ਕਲਾਸ ਦੇ ਸੀ, ਚਲੋ ਅਮੀਰ ਤਾਂ ਨਹੀਂ ਸੀਗੇ, ਬਹੁਤ ਗਰੀਬ ਵੀ ਨਹੀਂ ਸੀਗੇ, ਮਿਡਲ ਕਲਾਸ ਦੇ ਸੀਗੇ। ਤੇ ਉਹਨੇ ਮੇਰੇ ਮਗਰ ਆਉਣਾ ਵੀ ਹਾਲ ਚਾਲ ਪੁੱਛਣਾ, ਮੈਂ ਵੀ ਪੁੱਛਣਾ ਮਦਰ ਦਾ ਹਾਲ। ਉਹਨੇ ਕਹਿੰਦਾ ਰੋਟੀ ਆ ਬਣਾਈਏ ਤੇਰੇ ਪਸੰਦ ਦੀ, ਜਾਂ ਕੋਈ ਫਲੀਆਂ ਬਣਾਈਆਂ, ਜਾਂ ਕੋਈ ਕੜੀ ਬਣਾਈਏ, ਜਾਂ ਸਾਗ ਬਣਾ, ਜੋ ਵੀ ਕੁਛ ਵਟਐਵਰ ਇਟ ਇਜ਼। ਹੁਣ ਕਿਉਂਕਿ ਸਟੇਸ਼ਨ ਦੇ ਉੱਤੇ ਰੋਟੀ ਖਾ ਕੇ ਅਸੀਂ, ਭੁੱਖ ਨਹੀਂ ਹੁੰਦੀ ਸੀਗੀ, ਤੇ ਅਸੀਂ ਕਹਿੰਦੇ ਨਹੀਂ ਮੈਨੂੰ ਭੁੱਖ ਨਹੀਂ। ਉਹਨੇ ਮਗਰ ਜ਼ਰੂਰ ਮੇਰੇ ਮਗਰ ਥਾਲੀ ਜਗਣਾ, ਚੰਗਾ ਇੱਕ ਖਾ ਲੈ, ਚੰਗਾ ਅੱਧੀ ਖਾ ਲੈ, ਚੰਗਾ 2 ਬੁਰਕੀਆਂ ਤਾਂ ਮੇਰੇ ਮੂੰਹ 'ਚ ਪਵਾ ਲੈ। ਉਦੋਂ ਨਖਰੇ ਕਰਦੇ ਸੀਗੇ। ਭਾਈ ਸਾਹਿਬ, ਮੈਂ ਅੱਜ ਔਨ ਦੀ ਏਅਰ ਗੱਲ ਕਹਿ ਰਿਹਾ, ਜਦੋਂ ਮਦਰ ਪੂਰੀ ਹੋ ਗਈ, ਭਾਬੀ ਵੀ ਉੱਥੇ ਸੀ, ਭੈਣਾਂ ਵੀ ਉੱਥੇ ਸੀ, ਰਿਸ਼ਤੇਦਾਰ ਵੀ ਉੱਥੇ ਸੀਗੇ। ਅੱਜ ਤੁਸੀਂ ਦੇਖ ਲਓ, 70 ਤੋਂ ਬਾਅਦ ਮੈਂ ਗੱਲ ਕਰਦੇ ਹਾਂ, 50 ਸਾਲ ਤੋਂ ਉੱਪਰ ਹੋ ਗਏ ਮਦਰ ਨੂੰ ਜੋ ਯੂਨੀਵਰਸਿਟੀ ਪੜ੍ਹਨ ਨੂੰ। ਕਿਸੇ ਨੇ ਮੰਮੀ ਦੀ ਮੌਤ ਤੋਂ ਬਾਅਦ, ਮਦਰ ਦੀ ਮੌਤ ਤੋਂ ਬਾਅਦ ਕਿਸੇ ਨੇ ਦੂਜੀ ਵਾਰ ਇਹ ਨਹੀਂ ਕਿਹਾ ਜ਼ਬਰਦਸਤੀ ਵੀ ਤੂੰ ਰੋਟੀ ਖਾ ਲੈ। ਇਹ ਹੁੰਦੀ ਹੈ ਮਾਂ ਦੀ ਕੁਰਬਾਨੀ। ਮੈਂ ਕਿਤਾਬਾਂ 'ਚੋਂ ਪੜ੍ਹ ਕੇ ਨਹੀਂ ਗੱਲ ਕਰਦਾ, ਮੈਂ ਤਾਂ ਆਪਣੇ ਜੋ ਕੁਝ ਦੇਖਿਆ ਉਹਦੇ ਨਾਲ ਗੱਲ ਕਰਦਾ। ਮਾਂ ਦੀ ਤੁਸੀਂ ਕਦੇ ਰੀਸ ਨਹੀਂ ਕਰ ਸਕਦੇ। ਉਹ ਫਿੱਟ ਲਾਂਤ ਨੇ ਉਹ ਲੋਕ ਜਿਹੜੇ ਮਾਂ ਦੀ ਕਦਰ ਨਹੀਂ ਕਰਦੇ, ਜਿਹੜੇ ਮਾਂ ਦੀਆਂ ਨਿਸ਼ਾਨੀਆਂ ਨੂੰ ਭਾਂਡੇ ਚੱਕ ਕੇ ਬਾਜ਼ਾਰਾਂ 'ਚ ਵੇਚ ਆਉਂਦੇ ਨੇ, ਉਹਨਾਂ ਦੀ ਜ਼ਮੀਨ ਜਾਇਦਾਦ ਵੇਚਣ ਦੀ ਕੋਸ਼ਿਸ਼ ਕਰਦੇ ਨੇ, ਮਾਂ ਨੂੰ ਝਿੜਕਾਂ ਮਾਰਦੇ, ਉੱਚਾ ਨੀਵਾਂ ਬੋਲਦੇ ਨੇ। ਉਹ ਹਿਸਾਬ ਤਾਂ ਤੁਸੀਂ ਬੋਲ ਤਾਂ ਆਉਂਦੇ ਹੋ, ਤੁਹਾਨੂੰ ਨਹੀਂ ਪਤਾ ਤੁਸੀਂ ਕਿੰਨਾ ਕਰਜ਼ਾ ਚੜਾ ਰਹੇ ਹੋ। ਜਦੋਂ ਤੁਹਾਡੇ ਔਲਾਦ ਤੁਹਾਨੂੰ ਦੇਖ ਰਹੀ ਹੁੰਦੀ ਹੈ ਨਾ, ਉਹ ਔਲਾਦ ਵੀ ਤੁਹਾਨੂੰ ਵਾਪਸ ਕਰਦੀ ਹੈ, ਫਿਰ ਤੁਸੀਂ ਇਕੱਲੇ ਕਮਰੇ 'ਚ ਪਏ ਰੋਂਦੇ ਰਹਿੰਦੇ ਹੋ। ਸੋ ਮਦਰ ਦੀ ਰਿਸਪੈਕਟ ਜਿਹਨੇ ਨਹੀਂ ਕੀਤੀ ਨਾ, ਉਹਨੂੰ ਮੈਂ ਅੱਜ ਕਹਿਣਾ ਮਦਰ ਦੇ, ਉਹਨੂੰ ਫਿੱਟ ਲਾਨਤ। ਜੇ ਹਾਲੇ ਵੀ ਤੁਹਾਡੇ ਸਾਹ ਬਚੇ ਨੇ, ਥੋੜੇ ਜਿਹੇ ਬਚੇ ਨੇ, ਤੇ ਮਾਂ ਨੂੰ ਯਾਦ ਕਰ ਲਓ, ਉਹਦਾ ਪਛਤਾਤਾਪ ਕਰ ਲਓ, ਰੱਬ ਤੋਂ ਮਾਫੀ ਕਰ ਲਓ। ਕਿਉਂਕਿ ਰੱਬ ਮਾਫ ਨਹੀਂ ਕਰਦਾ, ਪਰ ਮਾਂ ਮਾਫ ਕਰ ਦਿੰਦੀ ਹੈ, ਫਿਰ ਵੀ ਮਾਫ ਕਰ ਦਿੰਦੀ ਹੈ। ਹਜ਼ਰਤ ਮੁਹੰਮਦ ਇਸਲਾਮ ਦੇ ਜਿਹੜੇ ਸੀ ਪੈਗੰਬਰ ਸੀਗੇ, ਉਹਨਾਂ ਦੀ ਮੈਨੂੰ ਗੱਲ ਯਾਦ ਹੈ। ਹੋ ਸਕਦਾ ਮੈਂ ਗੱਲ ਕਹਿਣ ਲੱਗੇ ਥੋੜਾ ਮੋਟਾ ਫਰਕ ਪਾ ਜਾ, ਪਰ ਪਰਪਸ ਇੱਕ ਹੀ ਹੈ, ਮਾਂ ਦੀ ਇੰਪੋਰਟੈਂਸ ਦੇ ਬਾਰੇ ਗੱਲ ਦੱਸਦੇ ਨੇ। ਕਿਉਂਕਿ ਜਿਹੜੀ ਇਹ ਗੱਲ ਮੈਂ ਤੁਹਾਨੂੰ ਦੱਸ ਰਿਹਾ, ਇਹ ਜਦੋਂ ਮੈਂ 70s ਦੇ ਵਿੱਚ PhD ਕਰਦਾ ਸੀ, ਉਦੋਂ ਇਹ ਗੱਲ ਮੈਂ ਆਪਣੇ ਟੀਚਰ ਡਾਕਟਰ ਹਸਨ ਤੋਂ, ਇਸਲਾਮ ਦੇ ਸਾਡੇ ਇਸਲਾਮ ਦੇ ਹੁੰਦੇ ਸੀਗੇ, ਉਹਨਾਂ ਤੋਂ ਸਿੱਖੀ ਸੀ। ਹੁਣ ਗੱਲਬਾਤ ਮਦਰ ਦੇ ਉੱਤੇ, ਸੋ ਗੱਲਬਾਤ ਦੱਸਣ ਦਾ ਫਰਕ ਹੈ, ਪਰ ਪਰਪਸ ਇੱਕੋ ਹੀ ਹੈ ਕਿ ਮਦਰ ਦੀ ਇੰਪੋਰਟੈਂਸ ਦੱਸਣੀ। ਕਿ ਹਜ਼ਰਤ ਮੁਹੰਮਦ ਸਾਹਿਬ ਨੇ ਆਪਣੇ ਜਿਹੜੇ ਮੁਰੀਦ ਸੀਗੇ, ਚੇਲੇ ਸੀਗੇ, ਉਹਨਾਂ ਨੂੰ ਕਿਹਾ ਸੀਗਾ ਕਿ ਨਮਾਜ਼ ਟਾਈਮ ਸਿਰ ਪੰਕਚੁਅਲ ਹੋ ਕੇ ਪੜ੍ਹਨੀ ਹੈ। ਜਦੋਂ ਤੁਸੀਂ ਨਮਾਜ਼ ਪੜ੍ਹ ਰਹੇ ਹੋ, ਭਾਵੇਂ ਤੁਹਾਡਾ ਕੋਈ ਕਤਲ ਵੀ ਕਰਦੇ, ਤੁਸੀਂ ਨਮਾਜ਼ ਨਹੀਂ ਛੱਡਣੀ। ਉਹਨਾਂ ਨੇ ਉਸ ਟਾਈਮ ਉਹਨਾਂ ਨੂੰ ਨਮਾਜ਼ ਦੀ ਇੰਪੋਰਟੈਂਸ ਦਿੱਤੀ ਕਿ ਜਦੋਂ ਤੁਸੀਂ ਅੱਲਾਹ ਨੂੰ, ਵਾਹਿਗੁਰੂ ਨੂੰ, ਪਰਮਾਤਮਾ ਨੂੰ ਯਾਦ ਕਰਦੇ ਹੋ, ਤੇ ਉਸ ਵੇਲੇ ਤੁਸੀਂ ਉਹਨੂੰ ਯਾਦ ਕਰਦੇ ਹੋ, ਨਮਾਜ਼ ਕੰਪਲੀਟ ਕਰੋ। ਡਜ਼ਨਟ ਮੈਟਰ ਕੋਈ ਵੀ ਸਿਚੁਏਸ਼ਨ ਹੈ, ਕਹ ਲਓ ਸਰਕਮਸਟੈਂਸਿਸ। ਫਿਰ ਅਖੀਰ ਦੇ ਵਿੱਚ ਉਹਨਾਂ ਨੇ ਕਹਿੰਦੇ, ਇੱਕ ਥਾਂ ਤੇ ਕਿਹਾ, ਕਹਿੰਦੇ ਜੇ ਮੇਰੀ ਮਸਜਿਦ ਮੇਰੇ ਘਰ ਦੇ ਨੇੜੇ ਹੋਵੇ ਤੇ ਮੇਰੀ ਮਾਂ, ਮੁਹੰਮਦ ਸਾਹਿਬ ਕਹਿੰਦੇ ਨੇ ਕਿ ਜੇ ਮੇਰੀ ਮਾਂ ਮੈਨੂੰ ਘਰੋਂ ਬਾਹਰ ਨਿਕਲ ਕੇ ਆਵਾਜ਼ ਮਾਰੇ ਕਿ ਮੁਹੰਮਦ, ਤੇ ਮੈਂ ਨਮਾਜ਼ ਪੜ੍ਹ ਰਿਹਾ ਹਾਂ, ਤਾਂ ਵਿੱਚ ਹੀ ਮੈਂ ਨਮਾਜ਼ ਛੱਡ ਕੇ ਮਾਂ ਦੇ ਕੋਲ ਚਲਾ ਜਾਵਾਂ। ਕਹਿੰਦੇ ਉਸ ਵੇਲੇ ਉਹਨਾਂ ਦੇ ਮੁਰੀਦ ਨੇ ਕਿਹਾ ਵੀ ਸਾਨੂੰ ਸਮਝ ਨਹੀਂ ਆਈ
ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਨਮਾਜ਼ ਇੰਨੀ ਜ਼ਰੂਰੀ ਆ ਪੜ੍ਹਨੀ ਕਿ ਚਾਹੇ ਤੁਹਾਡਾ ਕਤਲ ਵੀ ਹੋ ਜਾਏ ਤੁਸੀਂ ਕੰਟੀਨਿਊ ਰੱਖੋ, ਤੇ ਦੂਜੇ ਪਾਸੇ ਕਹਿੰਦੇ ਹੋ ਜੇ ਮਾਂ ਨੇ ਆਵਾਜ਼ ਮਾਰ ਲਈ ਤਾਂ ਨਮਾਜ਼ ਛੱਡ ਕੇ ਹੀ ਚਲੇ ਜਾਓ। ਇਹਦਾ ਮਤਲਬ ਨਹੀਂ ਸਮਝ ਸਾਨੂੰ ਪਤਾ ਲੱਗਿਆ ਵੀ ਇਹਦੇ ਵਿੱਚ ਰਾਜ ਕੀ ਹੈ। ਕਹਿੰਦੇ ਮੁਹੰਮਦ ਸਾਹਿਬ ਨੇ ਸਮਝਾਇਆ ਕਿ ਨਮਾਜ਼ ਅਸੀਂ ਕਿਉਂ ਪੜ੍ਹਦੇ ਹਾਂ। ਨਮਾਜ਼ ਅਸੀਂ ਪੜ੍ਹਦੇ ਹਾਂ ਖੁਦਾ ਨੂੰ, ਅੱਲਾਹ ਤਾਲਾ ਨੂੰ ਖੁਸ਼ ਕਰਨ ਦੇ ਲਈ। ਤੇ ਜੇ ਅੱਲਾਹ ਤਾਲਾ ਖੁਦ ਹੀ ਸਾਨੂੰ ਆਵਾਜ਼ ਮਾਰ ਲਵੇ ਤੇ ਇਸ ਤੋਂ ਵੱਡੀ ਸਾਡੀ ਖੁਸ਼ੀ ਕੀ ਹੋਏਗੀ। ਭਾਵ ਇਹ ਕਿ ਜੇ ਮਾਂ, ਉਹ ਖੁਦਾ ਦਾ ਦਰਜਾ ਦੇ ਦਿੱਤਾ ਕਿ ਜੇ ਮਾਂ ਨੇ ਆਵਾਜ਼ ਮਾਰ ਲਈ ਤਾਂ ਇਹਦਾ ਮਤਲਬ ਖੁਦਾ ਖੁਸ਼ ਹੋ ਗਿਆ। ਸੋ ਉਹਨਾਂ ਨੇ ਵੀ ਮਾਂ ਦੀ ਇੰਪੋਰਟੈਂਸ ਦਿੱਤੀ ਸੀ। ਤੇ ਮੈਨੂੰ ਇਹ ਚੰਗੀ ਤਰ੍ਹਾਂ ਯਾਦ ਹੈ ਕਿ ਇਸਲਾਮ ਦੇ ਵਿੱਚ ਜਿੰਨੇ ਵੀ ਮੇਰੇ ਮੁਸਲਿਮ ਭੈਣ ਭਰਾ ਜਿਨ੍ਹਾਂ ਨਾਲ ਮੇਰਾ ਵਾਸਤਾ ਪੈਂਦਾ ਹੈ, ਚਾਹੇ ਉਹ ਸਰਵਤ ਜੀ ਨੇ, ਚਾਹੇ ਅਰਫਾ ਜੀ ਨੇ, ਚਾਹੇ ਹੋਰ ਇੱਥੇ ਸ਼ਾਜੀਆ ਜੀ ਨੇ, ਮੈਂ ਇਹਨਾਂ ਨਾਲ ਜਦੋਂ ਗੱਲਬਾਤ ਕਰਦਾ ਇਹਨਾਂ ਦੀ ਗੱਲਬਾਤ ਤੋਂ ਇੰਨਾ ਲੱਗਦਾ ਹੈ ਪਿਆਰ ਇਹਨਾਂ ਦਾ ਕਿ ਆਪਣੀ ਅੰਮੀ ਦੇ ਬਾਰੇ, ਆਪਣੇ ਅੱਬੂ ਦੇ ਬਾਰੇ ਇਹ ਕਿੰਨੀ ਜ਼ਿਆਦਾ ਰਿਸਪੈਕਟ ਕਰਦੇ ਨੇ। ਧਰਮ ਦੇ ਵਿੱਚ ਇਹੀ ਗੱਲ ਸਿਖਾਈ ਗਈ ਹੈ ਕਿ ਮਾਂ-ਬਾਪ ਦੀ ਤੁਸੀਂ ਜਿੰਨੀ ਵੀ ਸੇਵਾ ਕਰ ਲਓਗੇ ਨਾ, ਉਹਦਾ ਜਿਹੜਾ ਫਲ ਹੈ ਕਈ ਗੁਣਾ ਹੋ ਕੇ ਨਿਕਲਦਾ। ਜਦੋਂ ਅਸੀਂ ਮਾਂ-ਬਾਪ ਨੂੰ ਉੱਚਾ ਨਹੀਂ ਬੋਲਦੇ, ਕੋਈ ਆਰਗੂਮੈਂਟ ਨਹੀਂ ਕਰਦੇ, ਦਿਲੋਂ ਉਹਨਾਂ ਦੀ ਇੱਜ਼ਤ ਕਰਦੇ ਆ, ਸਵੇਰੇ ਉੱਠ ਕੇ ਗੁੱਡ ਮਾਰਨਿੰਗ ਪੈਰੀ ਹੱਥ ਲਗਾਉਣੇ ਆ, ਚਾਹ ਦਾ ਕੱਪ ਬਣਾ ਕੇ ਦਿੰਦੇ ਆ, ਦਵਾਈ ਆਪ ਚੱਕ ਕੇ ਦੇ ਦਿਓ ਵੀ ਦਵਾਈ ਨਹੀਂ ਮੈਂ ਦਿੰਦੇ ਆ, ਉਹਨਾਂ ਦੇ ਕੋਲੇ ਬੈਠੋ, ਤੇਰਾ ਸਿਰ ਦੁਖਦਾ ਸਿਰ ਦੱਬਦਾ ਨਾ ਮੰਮੀ, ਤੇਰੀਆਂ ਲੱਤਾਂ ਦੁਖਦੀਆਂ ਲੱਤਾਂ ਦੱਬ ਦਿੰਦੇ। ਇਹ ਜਿਹੜੇ ਕੰਮ ਕਰਦੇ ਆ ਨਾ, ਇਹ ਕੰਮਾਂ ਦੀ ਕੋਈ ਮੁੱਲ ਨਹੀਂ ਹੈ। ਇਹ ਕੰਮਾਂ ਦਾ ਜਿਹੜਾ ਮੁੱਲ ਹੈ ਅਣਗਿਣਤ ਹੈ, ਸ਼ਬਦਾਂ ਵਿੱਚ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਮਾਂ ਦੇ ਜਿਹੜੀਆਂ ਅੰਦਰ ਦੀਆਂ ਜਿਹੜੀਆਂ ਠੰਡ ਪੈਂਦੀ ਆ ਕਿ ਬੱਚਾ ਮੇਰੇ ਲਈ ਕਰ ਰਿਹਾ, ਉਹਦੇ ਅੰਦਰੋਂ ਜਿਹੜੀਆਂ ਵਾਈਬ੍ਰੇਸ਼ਨ ਨਿਕਲਦੀਆਂ ਨੇ ਖੁਦਾ ਦੇ, ਅੱਲਾ ਦੇ, ਵਾਹਿਗੁਰੂ ਦੇ, ਪਰਮਾਤਮਾ ਦੀ ਉਹ ਦਰਗਾਹ ਦੇ ਵਿੱਚ ਪਟਕ ਘੰਟੀਆਂ ਵੱਜਣ ਲੱਗ ਜਾਂਦੀਆਂ। ਉਹਦੀ ਫਿਰ ਉਹ ਜਿਹੜੀ ਗੱਲ ਨਿਕਲੀ, ਤੁਹਾਨੂੰ ਜਿਹੜੀਆਂ ਸੀਸਾਂ ਦਿੱਤੀਆਂ ਨਾ, ਉਹ ਜ਼ਰੂਰ ਕਬੂਲ ਹੁੰਦੀਆਂ ਨੇ। ਦੇਖੋ ਅੱਜ ਦਾ ਕਲਯੁਗ ਦਾ ਜ਼ਮਾਨਾ ਹੈ, 21ਵੀਂ ਸਦੀ ਹੈ। 21ਵੀਂ ਸਦੀ ਹੈ, ਕਿਸੇ ਨੂੰ ਪੁੱਛ ਕੇ ਦੇਖ ਲਓ, ਆਪਾਂ ਕਹਿੰਦੇ ਮੈਂ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਜੀ। ਉਹਨੂੰ ਪੁੱਛੋ ਭਾਈ ਸਾਹਿਬ ਤੁਸੀਂ ਆਪਣੀ ਮਾਂ ਨੂੰ ਪਿਆਰ ਕਿਉਂ ਕਰਦੇ ਹੋ, ਕਦੇ ਸਵਾਲ ਕਰਕੇ ਦੇਖ ਲਓ। ਬਾਹਲੇ ਬੰਦਿਆਂ ਦਾ ਇਹ ਜਵਾਬ ਹੋਊਗਾ ਮੈਂ ਆਪਣੀ ਮਾਂ ਨੂੰ ਇਸ ਕਰਕੇ ਪਿਆਰ ਕਰਦਾ ਕਿ ਉਹ ਹਰ ਵਕਤ ਮੇਰਾ ਖਿਆਲ ਰੱਖਦੀ ਹੈ ਜੀ, ਮੇਰੀ ਅੰਮੀ ਮੈਨੂੰ ਗਰਮ ਰੋਟੀ ਦਿੰਦੀ ਹੈ ਜੀ, ਮੇਰਾ ਰਾਤ ਨੂੰ ਬਿਸਤਰਾ ਵੀ ਵਿਛਾ ਕੇ ਦਿੰਦੀ ਹੈ, ਰਾਤ ਨੂੰ ਸੌਣ ਲੱਗੇ ਮੈਨੂੰ ਜ਼ਰੂਰ ਕਹਿੰਦੀ ਹੈ ਪੁੱਤ ਆ ਦੁੱਧ ਇਹਦਾ ਗਲਾਸ ਜ਼ਰੂਰ ਪੀ ਲੈ, ਫਿਰ ਗਰਮ ਪਾਣੀ ਨਹਾਉਣ ਲਈ ਕਰਦੀ। ਇੱਥੇ ਚਲੋ ਗੀਜ਼ਰ ਲੱਗੇ ਨੇ, ਪਾਣੀ ਆ ਜਾਂਦਾ, ਇੰਡੀਆ ਦੇ ਵਿੱਚ ਤਾਂ ਗਰਮ ਪਾਣੀ ਕਰਕੇ ਦਿੰਦੀ ਹੈ। ਫਿਰ ਮੇਰੇ ਕੱਪੜੇ ਵੀ ਧੋ ਲੈਂਦੀ ਹੈ। ਫਿਰ ਦੇਖੋ ਮੇਰੇ ਬੱਚੇ, ਪਹਿਲਾਂ ਮੈਨੂੰ ਪਾਲਿਆ, ਹੁਣ ਮੇਰੇ ਬੱਚਿਆਂ ਦੀ ਬੇਬੀ ਸਿਟਿੰਗ ਕਰਦੀ ਹੈ। ਇਹ ਮਾਂ ਮੈਨੂੰ ਪਿਆਰ ਕਰਦੀ ਹੈ। ਇਹ ਮਾਂ ਪਿਆਰ ਨਹੀਂ ਕਰਦੀ ਭਾਈ ਸਾਹਿਬ, ਮਾਂ ਤੁਹਾਡੀ ਨੌਕਰ ਹੈ। ਨੌਕਰ ਤੇ ਮਾਂ ਦੇ ਵਿੱਚ ਕੀ ਫਰਕ ਹੈ? ਨੌਕਰ ਵੀ ਇਹੀ ਹੈ ਕਿ ਉਹਦਾ ਤੁਹਾਡਾ ਕੰਮ ਕਰੀ ਜਾਂਦਾ। ਨੌਕਰ ਨੂੰ ਤੁਸੀਂ ਪੈਸੇ ਦਿੰਦੇ ਹੋ, ਮਾਂ ਤੁਹਾਡੀ ਫਰੀ ਦੀ ਨੌਕਰ ਹੈ। ਜਿਹੜਾ ਪਿਆਰ ਹੁੰਦਾ ਨਾ ਉਹ ਦੇਣਾ ਹੁੰਦਾ, ਲੈਣਾ ਨਹੀਂ। ਜੇ ਦੇਣਾ ਨਾ, ਤੁਹਾਨੂੰ ਚਾਹੀਦਾ ਸੀ ਕਿ ਮਾਂ ਜੋ ਸਾਡੇ ਲਈ ਕਰਦੀ ਹੈ ਹੁਣ ਅਸੀਂ ਕਰੀਏ। ਜਿਹੜਾ ਚਾਹ ਦੇ ਤੁਸੀਂ ਬੈਠੇ ਹੋ ਰਾਣ, ਮੰਮੀ ਪਾਣੀ ਲਿਆਈ, ਮੰਮੀ ਚਾਹ ਫੜਾਈ, ਮੰਮੀ ਆ ਕੰਬਲ ਫੜਾਈ, ਕਿਉਂ ਵੀ ਤੇਰੇ ਹੱਥ ਟੁੱਟੇ ਨੇ, ਤੂੰ ਜਾ ਕੇ ਲਿਆ। ਸਮਝ ਮੰਮੀ ਨੂੰ ਪੁੱਛੀ, ਮੰਮੀ ਤੁਸੀਂ ਪਏ ਹੋ, ਮੈਂ ਤੁਹਾਨੂੰ ਕੰਬਲ ਲਿਆ ਦਿਆਂ। ਮੰਮੀ ਦਵਾਈ ਲੈਣੀ ਸੀ, ਤੁਸੀਂ ਲਿਓ, ਮੈਂ ਆ ਲਓ ਗਲਾਸ ਪਾਣੀ ਦਾ, ਤੇ ਆ ਲਓ ਗੋਲੀਆਂ ਤੁਸੀਂ ਲਓ। ਨਹੀਂ ਹੁਣੀ ਲਓ, ਤੁਸੀਂ ਆ ਦੁੱਧ ਦਾ ਗਲਾਸ ਪੀਓ ਰਾਤ ਨੂੰ ਸੌਂ ਕੇ, ਸਵੇਰੇ ਉੱਠ ਕੇ ਉਹਨਾਂ ਨੂੰ ਗੁੱਡ ਮਾਰਨਿੰਗ ਪਿਲਾਓ ਜਿਵੇਂ ਮੈਂ ਪਹਿਲਾਂ ਕਿਹਾ। ਉਹਨਾਂ ਦੇ ਕੱਪੜੇ ਸੋਚੋ ਬਾਜ਼ਾਰ ਚੱਲਿਆ ਕਿ ਮੰਮੀ ਲਈ ਵੀ ਸੂਟ ਲੈ ਆਈਏ। ਜੇ ਤੁਹਾਡੀ ਨੂੰਹ ਵੀ ਆ ਉਹ ਵੀ ਸੋਚੇ ਕਿ ਜੇ ਮੈਂ ਆਪਣੀ ਮਾਂ ਦੀ ਕਰਦੀ ਆ, ਸੱਸ ਨੂੰ ਵੀ ਆਪਣੀ ਮਾਂ ਸਮਝੇ। ਫਿਰ ਜਿਹੜਾ ਪਿਆਰ ਹੁੰਦਾ ਨਾ ਉਹ ਸਵਰਗ ਕੋਈ ਉੱਪਰ ਤਾਂ ਮੈਂ ਗਿਆ ਨਹੀਂ, ਮੈਂ ਦੇਖਿਆ ਨਹੀਂ, ਸਵਰਗ ਘਰ ਹੀ ਬਣ ਜਾਂਦਾ। ਜਦੋਂ ਅਸੀਂ ਆਪਣੇ ਲਈ ਤਾਂ ਜੋ ਮਰਜ਼ੀ ਬਾਜ਼ਾਰਾਂ 'ਚ, ਹੋਟਲਾਂ 'ਚ, ਸਿਨੇਮੇ, ਮੂਵੀ ਦੇਖਦੇ ਫਿਰਦੇ ਆ, ਮੰਮੀ ਨੂੰ ਕਦੇ ਲਿਜਾਣਾ ਹੀ ਨਹੀਂ, ਘਰੇ ਬੈਠੀ ਰਹੋ, ਬੱਚੇ ਦੀ ਨਿਗਾਹ ਕੌਣ ਰੱਖੂਗੀ, ਸਕੂਲ ਛੱਡੇ ਸਕੂਲ ਲਿਆਈ, ਬਸ ਆਹੀ ਕੰਮ ਆ ਮੰਮੀ ਦਾ। ਇਹ ਸਾਡੀ 21ਵੀਂ ਸਦੀ ਦੀ ਚਲਾਕੀ ਹੈ ਹਾਂਜੀ। ਸੋ ਜਦੋਂ ਅਸੀਂ ਚਲਾਕੀ ਕਰਦੇ ਆ ਨਾ, ਤੇ ਉਹ ਕੀ ਕਰਦੇ ਆ ਕਿ ਉਂਝ ਸਾਰਾ ਸਾਲ ਪੁੱਛਣਾ ਨਹੀਂ, ਜਦੋਂ ਮਦਰਸ ਡੇ ਆ ਗਿਆ ਫੁੱਲ ਲੈ ਗਏ, ਇੱਕ ਗਿਫਟ ਲੈ ਗਿਆ, ਕੋਈ ਕਾਰਡ ਲੈ ਗਿਆ, ਜਾਂ ਉਸ ਦਿਨ ਉਹਨੂੰ ਹੋਟਲ ਤੇ ਲੈ ਗਏ। ਇੱਕ ਦਿਨ ਕਿਉਂ ਲੈ ਕੇ ਜਾਂਦੇ ਹੋ? ਐਵਰੀ ਡੇ ਸ਼ੁੱਡ ਬੀ ਮਦਰਸ ਡੇ, ਐਵਰੀ ਡੇ ਸ਼ੁੱਡ ਬੀ ਮਦਰਸ ਡੇ। ਹਰ ਰੋਜ਼ ਮਦਰ ਦੀ ਇੱਜ਼ਤ ਹੋਣੀ ਚਾਹੀਦੀ ਹੈ, ਇੱਕ ਦਿਨ ਨਹੀਂ, ਇੱਕ ਦਿਨ ਫਾਰਮੈਲਿਟੀ ਹੈ। ਪਰਮਾਤਮਾ ਨੇ ਮਾਂ ਨੂੰ ਬਣਾਇਆ ਤਾਂ ਉਹਨੂੰ ਖੁਸ਼ੀ ਨਹੀਂ ਹੋਈ, ਉਹਨੇ ਕੋਈ ਸ਼ੁਗਲ ਮੇਲਾ ਨਹੀਂ ਕੀਤਾ, ਉਹਨੇ ਕੋਈ ਸ਼ਗਨ ਨਹੀਂ ਮਨਾਇਆ। ਮੈਨੂੰ ਡਿਫਰੈਂਟ ਇਨਡਾਇਰੈਕਟ ਵੇ ਨਾਲ ਕਹਿਣਾ ਕਿ ਮਾਂ ਇੱਕ ਬਹੁਤ ਵੱਡੀ ਚੋਰ ਵੀ ਆ, ਉਹਨੇ ਰੱਬ ਦੀ ਚੋਰੀ ਕੀਤੀ ਹੈ ਮਾਂ ਨੇ। ਤੁਸੀਂ ਹੁਣ ਇਹਨੂੰ ਸਮਝ ਲਿਓ ਪੂਰੀ ਗੱਲ, ਕਿਤੇ ਬਾਅਦ ਨਾ ਮੈਨੂੰ ਫੜਿਓ। ਮੈਂ ਕਹਿੰਦਾ ਵੀ ਮਾਂ ਨੇ ਰੱਬ ਦੀ ਚੋਰੀ ਕੀਤੀ ਹੈ। ਰੱਬ ਦੀ ਕਿਸ ਤਰ੍ਹਾਂ ਦੀ ਚੋਰੀ ਕੀਤੀ ਹੈ? ਰੱਬ ਦਾ ਕੰਮ ਹੁੰਦਾ ਹੈ ਮੁਹੱਬਤ ਕਰਨਾ, ਤੇ ਉਹ ਮਾਂ ਨੇ ਚੁਰਾ ਲਿਆ। ਮਾਂ ਮੁਹੱਬਤ ਕਰਨ ਲੱਗ ਗਈ, ਰੱਬ ਦਾ ਕੰਮ ਛੁੱਟੀ ਹੋ ਗਈ।
ਰੱਬ ਦਾ ਕੰਮ ਹੈ ਹਿਫਾਜ਼ਤ ਕਰਨਾ। ਮਾਂ ਵੀ ਬੱਚਿਆਂ ਦੀ ਹਿਫਾਜ਼ਤ ਕਰਦੀ ਹੈ, ਰੱਬ ਵਿਹਲਾ ਹੋ ਗਿਆ। ਰੱਬ ਦਾ ਕੰਮ ਹੁੰਦਾ ਬਰਕਤ, ਕੁਰਬਾਨੀ, ਦਇਆ, ਬਖਸ਼ਿੰਦ, ਨਿਮਰਤਾ। ਇਹ ਸਾਰੇ ਗੁਣ ਮਾਂ ਦੇ ਵਿੱਚ ਆ ਗਏ। ਸੋ ਜਿਹੜਾ ਪਰਮਾਤਮਾ ਉਹਦਾ ਬੇਰੁਜ਼ਗਾਰ ਹੋ ਗਿਆ ਕਿ ਨਹੀਂ ਹੋ ਗਿਆ। ਸੋ ਇਸ ਕਰਕੇ ਜਾਂ ਇਨਡਾਇਰੈਕਟ ਵੇ ਨਾਲ ਇਹ ਕਹਿ ਦੋ ਕਿ ਪਰਮਾਤਮਾ ਦੇ ਜਿਹੜੇ ਸਾਰੇ ਗੁਣ ਨੇ ਉਹ ਤਕਰੀਬਨ ਮਾਂ ਦੇ ਹਿਰਦੇ ਦੇ ਵਿੱਚ ਹੁੰਦੇ ਨੇ। ਇਸ ਕਰਕੇ ਮੈਂ ਇਨਡਾਇਰੈਕਟ ਵੇ ਨਾਲ ਕਿਹਾ ਕਿ ਮਾਂ ਨੇ ਰੱਬ ਦੀ ਚੋਰੀ ਕੀਤੀ ਹੈ। ਮਾਂ ਨੇ ਰੱਬ ਦੇ ਜਿੰਨੇ ਵੀ ਚੰਗੇ ਗੁਣ ਸੀ ਨਾ ਉਹ ਚੁਰਾ ਲਏ। ਇਸ ਕਰਕੇ ਮਾਂ ਨੇ ਜਨਮ ਲਿਆ। ਇਸੇ ਕਰਕੇ ਮਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ। ਦੇਖੋ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਕਿ ਕੋਈ ਮੁੰਡੇ ਦੀ ਸ਼ਾਦੀ ਹੋਈ 2-3 ਮਹੀਨੇ ਹੋ ਗਏ ਸ਼ਾਦੀ ਹੋਈ ਨੂੰ। ਉਹ ਆਪਣੀ ਮਾਂ ਦੇ ਨਾਲ ਰਹਿੰਦਾ ਸੀਗਾ, ਮਾਂ ਨੂੰ ਬੜਾ ਪਿਆਰ ਕਰਦਾ ਸੀਗਾ। ਇੱਕ ਦਿਨ ਕੀ ਹੋਇਆ, ਰੱਬ ਦਾ ਭਾਣਾ ਕਿ ਉਹ ਜਿਹੜੀ ਜਨਾਨੀ ਸੀ ਜਾਂ ਨੂੰਹ ਕਹਿ ਲੋ ਜਾਂ ਮੁੰਡੇ ਦੀ ਘਰ ਵਾਲੀ ਸੀਗੀ, ਉਹ ਸਵੇਰੇ ਉੱਠ ਕੇ ਕਹਿੰਦੀ ਦੇਖੋ ਮੈਂ ਰਾਤ ਨੂੰ ਨਾ ਆਪਣੀ ਰਿੰਗ ਆ ਜਿਹੜੀ ਮੁੰਦੀ ਪਾਈ ਵੀ ਹੈ ਇਹ ਨਾਈਟ ਟੇਬਲ ਤੇ ਰੱਖੀ ਸੀਗੀ ਲਾ ਕੇ, ਤੇ ਉਹ ਸਵੇਰੇ ਦੀ ਮੈਂ ਲੱਭੀ ਜਾਂਦੀ ਆ, ਲੱਭੀ ਨਹੀਂ ਹੈ। ਉਹ ਕਹਿੰਦਾ ਧਿਆਨ ਨਾਲ ਦੇਖ ਲੈ, ਕਹਿੰਦਾ ਮੈਂ ਸਾਰਾ ਲੱਭ ਲਿਆ ਘਰ, ਕਦੇ ਨਹੀਂ ਲੱਭੀ। ਤੇ ਜ਼ਰੂਰ ਤੇਰੀ ਮਾਂ ਨੇ ਚੱਕੀ ਉਹ, ਕਦੋਂ ਹੋਰ ਤਾਂ ਕੋਈ ਆਏ ਨਹੀਂ, ਇੱਕ ਤੂੰ ਹੈ, ਇੱਕ ਮੈਂ, ਤੇਰੀ ਮਾਂ ਹੈ। ਉਹ ਕਹਿੰਦਾ ਮੂੰਹ ਸੰਭਾਲ ਕੇ ਗੱਲ ਕਰ, ਮੇਰੀ ਮਾਂ ਦਾ ਨਾਂ ਨਾ ਲੈ। ਉਹ ਕਹਿੰਦੀ ਤੇਰੀ ਮਾਂ ਨੇ ਚੋਰੀ ਕੀਤੀ ਆ। ਗੁੱਸਾ ਆ ਗਿਆ। ਉਹਨੇ ਜਦੋਂ ਕਿਹਾ, ਮਾਂ ਨੇ ਕਹਿੰਦਾ ਤੂੰ ਹੌਲੀ ਬੋਲ, ਮਾਂ ਸੁਣਦੀ ਹੋਊਗੀ, ਘਰ ਤਾਂ ਉਹਨਾਂ ਕੀ ਸੀ। ਉਹ ਕਹਿੰਦੇ ਨਹੀਂ ਹੋਰ ਆਇਆ ਹੀ ਨਹੀਂ ਕੋਈ, ਤੇਰੀ ਮਾਂ ਨੇ ਚੱਕੀ ਹੈ, ਤੇਰੀ ਮਾਂ ਚੋਰ ਹੈ। ਉਹਨੇ ਪਟਕ ਦੇ ਨਾਲ ਥੱਪੜ ਮਾਰਿਆ ਆਪਣੀ ਜਨਾਨੀ ਦੇ। ਜਦੋਂ ਥੱਪੜ ਮਾਰਿਆ ਸਾਨੂੰ ਪਤਾ ਗੁੱਸਾ ਚੜ ਗਿਆ। ਜਨਾਨੀ ਨੇ ਟੈਚੀ ਚੱਕਿਆ ਵੀ ਮੈਂ ਤੇਰਾ ਘਰ ਛੱਡ ਕੇ ਜਾ ਰਹੀ ਹਾਂ। ਉਹ ਕਹਿੰਦਾ ਦਫਾ ਹੋ ਜਿੱਥੇ ਮਰਜੀ ਜਾ। ਉਹ ਜਦੋਂ ਜਾਣ ਲੱਗੀ ਦਰਵਾਜ਼ੇ ਕੋਲੇ ਤੇ ਪਤਾ ਨਹੀਂ ਮਾਲਕ ਦੀ ਕੀ ਮੌਜ ਹੋਈ। ਜਨਾਨੀ ਕਹਿੰਦੀ ਚੱਲ ਮੈਂ ਤੇ ਚੱਲੀ ਹਾਂ, ਹੁਣ ਮੈਂ ਮੁੜ ਕੇ ਨਹੀਂ ਆਉਣਾ, ਪਰ ਤੂੰ ਮੈਨੂੰ ਇੱਕ ਗੱਲ ਤਾਂ ਦੱਸ ਦੇ, ਤੈਨੂੰ ਮੇਰੀ ਗੱਲ ਤੇ ਯਕੀਨ ਨਹੀਂ? ਤੈਨੂੰ ਜਦੋਂ ਮੈਂ ਕਿਹਾ ਮੈਂ ਰਾਤ ਲਾ ਕੇ ਰੱਖੀ ਆ ਰਿੰਗ ਲੱਭਦੀ ਨਹੀਂ ਤੇ ਤੂੰ ਮੇਰੇ ਥੱਪੜ ਮਾਰਤਾ, ਤੈਨੂੰ ਆਪਣੀ ਮਾਂ ਤੇ ਜ਼ਿਆਦਾ ਯਕੀਨ ਹੈ? ਉਹ ਕਹਿੰਦਾ ਹਾਂ। ਹੁਣ ਤੂੰ 2 ਮਿੰਟ ਗੱਲ ਸੁਣ ਕੇ ਜਾਈਂ, ਬੇਸ਼ੱਕ ਆਈ ਜਾਂ ਨਾ ਜਾਈਂ। ਮੈਂ ਕਿਉਂ ਤੇਰੇ ਥੱਪੜ ਮਾਰਿਆ, ਮੈਨੂੰ ਕਿਉਂ ਆਪਣੀ ਮਾਂ ਤੇ ਯਕੀਨ ਆ ਜਦੋਂ ਤੈਨੇ ਕਿਹਾ ਮੇਰੀ ਮਾਂ ਨੇ ਚੋਰੀ ਕੀਤੀ ਆ। ਮੇਰੀ ਗੱਲ ਸੁਣ ਲੈ ਹੁਣ ਧਿਆਨ ਨਾਲ। ਮੈਂ ਕਹਿੰਦਾ 4 ਸਾਲ ਦਾ ਸੀਗਾ ਜਦੋਂ ਮੇਰੇ ਫਾਦਰ ਦੀ ਡੈਥ ਹੋ ਗਈ। ਮੇਰੀ ਮਾਂ ਨੇ ਲੋਕਾਂ ਦੇ ਘਰ ਭਾਂਡੇ ਕੱਪੜੇ ਤੇ ਨੌਕਰੀ ਕਰਕੇ ਨੌਕਰਾਨੀ ਬਣ ਕੇ ਮੈਨੂੰ ਪਾਲਿਆ, ਤੇ ਜਿੰਨੇ ਕੁ ਪੈਸੇ ਮਿਲਦੇ ਸੀ ਸਾਡੇ ਇੱਕ ਡੰਗ ਦੀ ਰੋਟੀ ਮਸਾਂ ਚੱਲਦੀ ਸੀ। ਕਹਿੰਦਾ ਮੈਨੂੰ ਕੀ ਹੋਇਆ ਕਿ ਮਾਂ ਨੇ ਰੋਟੀ ਪਾ ਦੇਣੀ ਜਦੋਂ ਮੈਂ ਸਕੂਲੋਂ ਆਉਣਾ, ਤੇ ਜਦੋਂ ਕਦੇ ਮੇਰੇ ਨਾਲ ਖਾ ਲਾਂਦੀ ਤੇ ਕਈ ਵਾਰ ਉਹ ਖਾਂਦੀ ਨਹੀਂ ਸੀ। ਜਦੋਂ ਮੈਂ ਕਹਿੰਦਾ ਮਾਂ ਤੂੰ ਰੋਟੀ ਖਾ ਲਈ, ਉਹ ਕਹਿੰਦੀ ਹਾਂ ਪੁੱਤ ਹਾਲੇ ਮੈਨੂੰ ਭੁੱਖ ਨਹੀਂ ਹੈਗੀ, ਮੇਰੀ ਡੱਬੇ 'ਚ ਰੱਖੀ ਵੀ ਹੈ ਤੇ ਮੈਂ ਬਾਅਦ 'ਚ ਖਾ ਲੂੰਗਾ। ਕਹਿੰਦਾ ਮੈਂ ਖਾ ਲੈਣਾ। ਕਹਿੰਦਾ ਇੱਕ ਦਿਨ ਕੀ ਹੋਇਆ ਕਿ ਅਚਾਨਕ ਮੇਰੀ ਮਾਂ ਪਾਣੀ ਲੈਣ ਗਈ ਨਲਕੇ ਦੇ ਉੱਤੋਂ, ਤੇ ਮੈਨੂੰ ਲੱਗੀ ਸੀ ਰੋਟੀ ਦੀ ਹੋਰ ਭੁੱਖ। ਮੈਂ ਕਿਹਾ ਚੱਲ ਮੈਂ ਇੱਕ ਰੋਟੀ ਹੋਰ ਕਰ ਲੈਣਾ। ਕਹਿੰਦਾ ਜਦੋਂ ਮੈਂ ਡੱਬੇ 'ਚ ਉਹ ਡੱਬਾ ਖੋਲ੍ਹਿਆ ਤਾਂ ਦੇਖਿਆ ਰੋਟੀ ਦਾ ਕੁਝ ਵੀ ਨਹੀਂ। ਕਹਿੰਦਾ ਉਸ ਦਿਨ ਮੈਨੂੰ ਅਹਿਸਾਸ ਹੋਇਆ ਕਿ ਮਾਂ ਮੇਰੀ ਝੂਠ ਬੋਲਦੀ ਸੀ ਵੀ ਡੱਬੇ 'ਚ ਰੋਟੀ ਆ, ਰੋਟੀ ਹੁੰਦੀ ਹੋਈ ਨਹੀਂ ਸੀ ਉਹਦੇ ਵਿੱਚ। ਕਹਿੰਦਾ ਉਸ ਦਿਨ ਤੋਂ ਬਾਅਦ ਮੈਂ ਵੀ ਜੇ ਤਾਂ ਮਾਂ ਨੇ ਮੇਰੇ ਨਾਲ ਖਾ ਲੈਣੀ। ਜਦੋਂ ਉਹਨੇ ਮਾਂ ਨੇ ਕਹਿਣਾ, ਮੈਂ ਦੱਸਿਆ ਨਹੀਂ ਉਹਨੂੰ ਵੀ ਮੈਂ ਦੇਖ ਲਿਆ। ਕਹਿੰਦਾ ਜਦੋਂ ਮੈਂ ਮਾਂ ਨੂੰ ਕਹਿੰਦਾ ਮਾਂ ਤੂੰ ਰੋਟੀ ਖਾ ਲੈ ਮੇਰੇ ਨਾਲ, ਕਹਿੰਦੀ ਮੈਨੂੰ ਭੁੱਖ ਨਹੀਂ, ਮੈਂ ਬਾਅਦ 'ਚ ਖਾਊਂ ਡੱਬੇ 'ਚੋਂ। ਕਹਿੰਦਾ ਮੈਂ ਵੀ ਕਹਿੰਦਾ ਵੀ ਮੈਨੂੰ ਵੀ ਹੋਰ ਭੁੱਖ ਨਹੀਂ, ਬਸ 2 ਰੋਟੀਆਂ ਖਾ ਕੇ ਮੈਂ ਵੀ ਛੱਡਦਾ, ਮਾਂ ਖਾ ਲਾਂਦੀ। ਕਹਿੰਦਾ ਜਿਹਨੇ ਕਹਿੰਦਾ ਮੇਰੀ ਮਾਂ ਨੇ 25 ਸਾਲ, ਤੂੰ ਤਾਂ 3 ਮਹੀਨੇ ਦਵਾਈਆਂ, ਮੇਰੇ ਲਈ ਕੁਰਬਾਨੀ ਕੀਤੀ, ਭੁੱਖੀ ਰਹਿੰਦੀ ਰਹੀ। ਉਹਨੇ ਉਹਦੀਆਂ ਵੀ ਇੱਛਾਵਾਂ ਸੀ, ਉਹ ਵੀ ਜਵਾਨ ਸੀਗੀ, ਉਹਨੇ ਆਪਣੀਆਂ ਇੱਛਾਵਾਂ ਦੀ ਕੁਰਬਾਨੀ ਕਰਕੇ ਮੈਨੂੰ ਪਾਲਿਆ। ਤੇ ਅੱਜ ਮੈਂ 2 ਪੈਸੇ ਕਮਾਉਣ ਜੋਗਾ ਹੋ ਗਿਆ ਤੇ ਮੈਂ ਆਪਣੀ ਮਾਂ ਨੂੰ ਕਹਾਂ ਵੀ ਉਹ ਚੋਰ ਹੈ? ਕਹਿੰਦੀ ਮਾਂ ਪਿੱਛੇ ਬੈਠੀ ਸੁਣ ਰਹੀ ਸੀਗੀ। ਇੰਨੇ ਕੁਦਰਤੀ ਰੱਬ ਦੀ ਮੌਜ ਇਹੋ ਜਿਹੀ ਹੋਈ, ਉਹ ਜਨਾਨੀ ਦੀ ਨਿਗਾਹ ਪਈ, ਦੇਖਿਆ ਮੰਜੇ ਦੇ ਥੱਲੇ ਮੁੰਦੀ ਡਿੱਗੀ ਪਈ ਹੈ, ਉਹਨੇ ਚੱਕ ਲਿਆ ਤੇ ਮਾਂ ਦੇ ਕੋਲੋਂ ਮਾਫੀ ਮੰਗੀ ਵੀ ਮਾਂ ਮੈਨੂੰ ਸੌਰੀ ਆ, ਮੈਂ ਤੈਨੂੰ ਚੋਰੀ ਕਿਹਾ, ਮੈਨੂੰ ਮਾਫ ਕਰ ਦੇ, ਮੈਂ ਤੇਰੀ ਬੱਚੀ ਹਾਂ। ਕਹਿੰਦੇ ਨੇ ਮਾਂ ਹੁੰਦੀ ਹੈ। ਮਾਂ ਨੇ ਨੂੰਹ ਨੂੰ ਵੀ ਗਲੇ ਨਾਲ ਲਾ ਲਿਆ। ਸੋ ਮਾਂ ਦੀਆਂ ਅਸੀਂ ਕਿਵੇਂ ਰੀਸਾਂ ਕਰ ਸਕਦੇ ਹਾਂ? ਮਾਂ ਦੇ ਕੋਲੋਂ ਮਾਫੀ ਮੰਗੋ। ਮਾਂ ਕੋਲੋਂ ਜਦੋਂ ਰੋਣੇ ਆ ਨਾ, ਜੇ ਬਾਪੂ ਕੁੱਟਦਾ ਹੁੰਦਾ ਸੀ ਮਾਂ ਕੋਲੇ ਰੋ ਕੇ ਭੱਜ ਕੇ ਜਾ ਕੇ ਮਾਂ ਦੀ ਗੋਦੀ 'ਚ ਚਲੇ ਜਾਂਦੇ ਸੀਗੇ। ਮਾਂ ਬਾਪੂ ਤੋਂ ਵੀ ਬਚਾ ਲੈਂਦੀ ਸੀ, ਮਾਂ ਲੋਕਾਂ ਤੋਂ ਵੀ ਬਚਾ ਲੈਂਦੀ ਸੀਗੀ। ਅਸੀਂ ਗੱਲ ਕੀ ਆ ਕਿ ਮਾਂ ਨੂੰ ਉਹਦੀ ਕਦਰ ਨਹੀਂ ਪਾਈ। ਅਸੀਂ ਜਦੋਂ ਅਸੀਂ ਮਾਂ ਦੀ ਕਦਰ ਪਾਉਣੀ ਸ਼ੁਰੂ ਕਰ ਦਈਏ ਨਾ, ਫਿਰ ਜਿਹੜੀ ਹੈਗੀ ਸਾਡੀ ਜ਼ਿੰਦਗੀ ਵੀ ਸੁਖੀ ਹੋਊਗੀ, ਕਿਉਂਕਿ ਸਾਡੇ ਬੱਚੇ ਦੇਖ ਰਹੇ ਹੁੰਦੇ ਨੇ। ਤੇ ਜਦੋਂ ਸਾਡੇ ਬੱਚੇ ਦੇਖਦੇ ਨੇ ਸਾਡਾ ਫਾਦਰ ਆਪਣੀ ਮਾਂ ਦੀ ਕਿੰਨੀ ਇੱਜ਼ਤ ਕਰਦਾ ਹੈ, ਤੇ ਜਦੋਂ ਅਸੀਂ ਬੁੱਢੇ ਹੋ ਜਾਾਂਗੇ ਤਾਂ ਫਿਰ ਸਾਡੇ ਬੱਚੇ ਵੀ ਸਾਡੀ ਇੱਜ਼ਤ ਕਰਨਗੇ। ਮੈਂ ਇਹ ਗੱਲ ਕਹਿਣਾ ਕਿ ਅੱਜ ਦਾ ਜ਼ਮਾਨਾ ਹੈ ਨਾ, ਮਾਂ-ਬਾਪ ਦੀ ਕਦਰ ਵੱਲੋਂ ਘੱਟ ਕਰਦੇ ਨੇ, ਇਸੇ ਕਰਕੇ ਦੁਖੀ ਨੇ। ਦੇਖੋ ਇੱਕ ਮੁੰਡਾ ਕੈਨੇਡਾ ਆ ਗਿਆ, ਇਹ ਵੈਸੇ 50% ਸੱਚੀ ਗੱਲ ਹੈ। ਮੁੰਡਾ ਕੈਨੇਡਾ ਆਇਆ, ਘਰੋਂ ਮਾਂ ਇਕੱਲੀ ਰਹਿੰਦੀ ਸੀਗੀ, ਉਹਨੇ ਕੈਨੇਡਾ ਭੇਜਤਾ, ਕੈਨੇਡਾ ਵਿਆਹ ਹੋ ਗਿਆ, ਉਹਦੇ ਅੱਗੇ ਬੱਚੇ ਹੋ ਗਏ।
ਇੱਕ ਦਿਨ ਮੁੰਡੇ ਦਾ ਟੈਲੀਫੋਨ ਗਿਆ, ਜਾਂ ਐਂ ਕਹ ਲਓ ਚਿੱਠੀ ਗਈ ਕਿ ਮਾਂ ਤੈਨੂੰ ਦੇਖੇ, ਕਿਉਂਕਿ ਮਾਂ ਤਾਂ ਰੋਜ਼ ਤਰਸਦੀ ਹੁੰਦੀ ਸੀ। ਉਹਨੇ ਬੜੇ ਵਾਰੀ ਕਹਿਣਾ ਬੇਟਾ ਤੂੰ ਕਦੋਂ ਆ ਜਾਏਗਾ, ਮੇਰਾ ਬੜਾ ਜੀ ਕਰਦਾ ਤੈਨੂੰ ਦੇਖਣ ਨੂੰ, ਮੈਂ ਬੁੱਢੀ ਹੋ ਗਈ, ਪਤਾ ਨਹੀਂ 4 ਦਿਨ ਦੀ ਜ਼ਿੰਦਗੀ ਹੈ ਕਿ ਨਹੀਂ ਹੈਗੀ। ਉਹ ਕਹਿੰਦਾ ਮਾਂ ਮਾਂ ਬਹੁਤ ਬਿਜ਼ੀ ਆ, ਛੁੱਟੀ ਨਹੀਂ ਮਿਲਦੀ, ਐ ਕਰਦੀ ਵਾਹ ਕਰਦੀ। ਅਚਾਨਕ ਇੱਕ ਦਿਨ ਕਹਿੰਦਾ ਮੈਂ ਅਗਲੇ ਹਫਤੇ ਮਾਂ ਤੈਨੂੰ ਮਿਲਣ ਆ ਰਹੇ ਆ, ਨਾਲੇ ਅਸੀਂ ਮੇਰੀ ਤੇਰੀ ਨੂੰਹ ਕਹਿੰਦੀ ਹੈ ਵੀ ਆਪਾਂ ਮਾਂ ਜੀ ਉੱਥੇ ਇਕੱਲੇ ਰਹਿੰਦੇ ਨੇ, ਇਹਨੂੰ ਵੀ ਨਾਲ ਲਿਆਓ, ਬੱਚਿਆਂ ਨਾਲ ਖੇਡ ਲਿਆ ਕਰੂਗੀ। ਮਾਂ ਨੂੰ ਕਿੰਨੀ ਖੁਸ਼ੀ ਚੜੀ ਕਿ ਮੇਰਾ ਮੁੰਡਾ ਮੈਨੂੰ ਲੈਣ ਆ ਰਿਹਾ, ਤੇ ਉਹ ਵੀ ਕੈਨੇਡਾ ਦੇ ਵਿੱਚ। ਜਦੋਂ ਮੁੰਡਾ ਉੱਥੇ ਆਇਆ, ਉਹਨੇ ਬੜੀਆਂ ਮਠਿਆਈਆਂ, ਸਬਜ਼ੀਆਂ, ਦਾਲ ਭਾਜੀ ਗਲੀ ਗਵਾਂਢ ਦੇ ਸਾਰਿਆਂ ਨੂੰ ਵੰਡ ਕੇ ਆਈ। ਮੈਂ ਤਾਂ ਹੁਣ 2 ਦਿਨਾਂ ਦੀਆਂ, ਮੇਰਾ ਮੁੰਡਾ ਮੈਨੂੰ ਲੈਣ ਆ ਰਿਹਾ ਕੈਨੇਡਾ, ਮੈਨੂੰ ਲੈਣ ਆ ਰਿਹਾ। ਕਿੰਨਾ ਚੌ ਚੜਿਆ ਸੀਗਾ। ਮੁੰਡਾ ਆਇਆ, ਮੁੰਡਾ ਕਹਿੰਦਾ ਮੰਮੀ ਮੇਰੇ ਕੋਲ ਜ਼ਿਆਦਾ ਛੁੱਟੀ ਨਹੀਂ ਹੈਗੀ, ਤੇ ਹੁਣ ਆਪਾਂ ਤਾਂ ਕੈਨੇਡਾ ਚਲੇ ਹੀ ਜਾਣਾ, ਆ ਮਕਾਨ ਦਾ ਕੀ ਕਰਨਾ। ਉਹ ਕਹਿੰਦੀ ਨਾ ਪੁੱਤ, ਤੇਰੇ ਪਿਓ ਦੀ ਨਿਸ਼ਾਨੀ ਹੈ, ਮਕਾਨ ਦਾ ਪਿਆ ਰਹਿੰਦੇ, ਕਦੇ 1 ਸਾਲ 2 ਸਾਲ 4 ਸਾਲਾਂ ਬਾਅਦ ਕਦੇ ਆਉਣਾ ਪੈਂਦਾ ਤੇ ਰਹਾਂਗੇ। ਨਹੀਂ ਮੰਮੀ, ਇਹ ਮਕਾਨ ਦਾ ਕੀ ਫਾਇਦਾ, ਮਕਾਨ ਨੂੰ ਵੇਚਦੇ ਜਦੋਂ ਰਹਿਣਾ ਹੀ ਆਪਾਂ ਕੈਨੇਡਾ 'ਚ। ਹੁਣ ਬੱਚੇ ਦੀ ਨੀਤ ਦਾ ਨਹੀਂ ਪਤਾ ਸੀਗਾ, ਔਰ ਮਾਂ-ਬਾਪ ਬੱਚੇ ਦੇ ਅੱਗੇ ਝੁਕ ਜਾਂਦੇ ਨੇ, ਬੱਚੇ ਦੇ ਮੂਹਰੇ ਹਮੇਸ਼ਾ ਝੁਕੇ ਨੇ। ਤੇ ਉਹ ਕਹਿੰਦੀ ਠੀਕ ਆ ਪੁੱਤ, ਜਿਵੇਂ ਤੂੰ ਕਹਿੰਦਾ। ਉਹਨੇ ਮਕਾਨ ਵੇਚਤਾ। ਕਹਿੰਦਾ ਮੰਮੀ ਜਿਹੜੇ ਥੋੜੇ ਮੋਟੇ ਸਮਾਨ ਜ਼ਰੂਰੀ ਆ ਉਹ ਰੱਖ ਲੈ, ਕਿਉਂਕਿ ਆਪਾਂ 에ਅਰ ਜਹਾਜ਼ ਤੇ ਜਾਣਾ, ਜਹਾਜ਼ ਤੇ ਸਾਰਾ ਸਮਾਨ ਤਾਂ ਜਾਣਾ ਨਹੀਂ, ਬਾਕੀ ਮੈਂ ਵੇਚ ਦੇਣਾ। ਉਹਨੇ ਭਾਂਡੇ ਟਿੰਡੇ ਬਿਸਤਰੇ ਜੋ ਵੀ ਕੁਝ ਦੁਨੀਆ ਸਭ ਬਾਜ਼ਾਰ ਜਾ ਕੇ ਵੇਚ ਆਇਆ। ਤੇ ਅਖੀਰ 'ਚ ਕੀ ਹੋਇਆ, 2-4 ਦਿਨਾਂ ਦੇ ਬਾਅਦ ਟੈਕਸੀ ਬੁਲਾਈ, ਦਿੱਲੀ 에ਅਰਪੋਰਟ ਤੇ ਚਲੇ ਗਏ। ਜਾ ਕੇ ਮਾਂ ਨੂੰ ਉੱਥੇ 에ਅਰਪੋਰਟ ਤੇ ਬਿਠਾ ਕੇ ਕਹਿੰਦਾ ਮੰਮੀ ਮੈਂ ਜਰਾ ਆਪਣਾ ਟਿਕਟ ਦੇ ਵਿੱਚ ਬੁਕਿੰਗ ਕਰਾਇਆ ਵਾਂ, ਬੋਰਡਿੰਗ ਪਾਸ ਲਿਆ ਵਾਂ, ਤੂੰ ਇੱਥੇ ਹੀ ਬੈਠੀ ਜਿੰਨਾ ਚਿਰ ਮੈਂ ਆਉਂਦਾ ਨਹੀਂ। ਆ ਇੱਕ ਚਿੱਠੀ ਫੜ ਲੈ, ਮੈਂ ਚਿੱਠੀ ਕਿਸੇ ਨੂੰ ਦੇਣੀ ਹੈ। ਉਹਨੂੰ ਚਿੱਠੀ ਫੜਾ ਗਿਆ ਅਤੇ ਆਪ ਚਲਿਆ ਗਿਆ। ਉਹ ਮਾਂ ਘੰਟਾ 2 ਘੰਟੇ 3 ਘੰਟੇ ਡੀਕਦੀ ਰਹੀ। ਤੇ ਉਹ ਜਿਹੜੇ ਉੱਥੋਂ ਦੇ ਆਪਣੇ ਦਿੱਲੀ ਦੇ ਪੁਲਿਸ ਦੇ ਕੋਈ ਜਿਹੜੇ ਆਫਿਸਰ ਸੀ, ਚੰਗੇ ਵੀ ਹੁੰਦੇ ਨੇ, ਉਹਨਾਂ ਨੇ ਦੇਖਿਆ ਵੀ ਮਾਤਾ ਤਾਂ ਕਈ ਘੰਟਿਆਂ ਦੀ ਇੱਥੇ ਕੁਰਸੀ ਤੇ ਬੈਠੀ ਹੈ। ਉਹ 3 ਹੋ ਗਏ 4 ਘੰਟੇ ਹੋ ਗਏ। ਉਹਨਾਂ ਨੇ ਪੁੱਛਿਆ ਵੀ ਮਾਂ ਜੀ ਤੁਸੀਂ ਬੈਠੇ ਹੋ, ਤੁਸੀਂ ਕਿਸੇ ਦੀ ਡੀਕ ਕਰਦੇ ਹੋ, ਤੁਹਾਡਾ ਕਿਸੇ ਨੇ ਆਉਣਾ। ਕਹਿੰਦੇ ਨਾ ਪੁੱਤ, ਮੇਰਾ ਤਾਂ ਮੁੰਡਾ, ਮੈਂ ਤਾਂ ਕੈਨੇਡਾ ਚੱਲੀ ਆ, ਮੇਰਾ ਤਾਂ ਮੁੰਡਾ ਨਾ ਬੋਰਡਿੰਗ ਪਾਸ ਆ, ਬੋਰਡਿੰਗ ਕੋਈ ਲੈਣ ਗਿਆ, ਉਹ 4 ਘੰਟੇ ਹੋ ਗਏ ਹਾਲੇ ਮੁੜੇ ਹੀ ਨਹੀਂ। ਕਹਿੰਦੇ ਕੀ ਨਾਮ ਉਹਦੇ ਮੁੰਡੇ ਦਾ? ਉਹਨੇ ਦੱਸਤਾ ਆਪਣੇ ਮੁੰਡੇ ਦਾ। ਕਹਿੰਦੇ ਮਾਂ ਜੀ ਮੈਂ ਹੁਣੀ ਪਤਾ ਕਰਕੇ ਆਉਣਾ। 10 ਮਿੰਟ ਬਾਅਦ ਆ ਗਿਆ। ਕਹਿੰਦੇ ਜੀ ਤੁਹਾਡੇ ਮੁੰਡੇ ਨੇ ਕੈਨੇਡਾ ਜਾਣਾ ਸੀਗਾ, ਉਹਦੇ ਫਾਦਰ ਦਾ ਨਾਮ ਆਹ ਹੈ। ਕਹਿੰਦੇ ਮਾਂ ਜੀ ਇੱਕ ਤਾਂ ਕੈਨੇਡਾ ਦੀ ਫਲਾਈਟ ਇੱਕੋ ਹੀ ਜਾਂਦੀ ਸੀ, ਉਹ ਤਾਂ ਚਲੀ ਗਈ, ਹੁਣ ਤਾਂ ਕੱਲ ਨੂੰ ਜਾਣੀ ਹੈ। ਤੇ ਦੂਜਾ ਜਿਹੜਾ ਮੁੰਡਾ ਹੈ ਉਹ ਤਾਂ ਉਸੇ ਜਹਾਜ਼ ਵਿਆਹ ਕੇ ਚਲਿਆ ਗਿਆ, ਉਹ ਤਾਂ ਤੁਹਾਨੂੰ ਇੱਥੇ ਹੀ ਛੱਡ ਗਿਆ। ਮਾਂ ਦੀਆਂ ਭੁੱਬਾਂ ਨਿਕਲ ਆਈਆਂ, ਭੁੱਬਾਂ। ਸ਼ਰਮ ਕਰੋ, ਇਹ ਇਟਸ ਅ ਸ਼ੇਮ ਔਨ ਅਸ ਜੋ ਅਜਿਹੀਆਂ ਚਲਾਕੀਆਂ ਕਰਦੇ ਆ। ਉਹ ਮਾਂ ਦੀ ਫਿਰ ਕਹਿੰਦੀ ਭਾਈ ਆ ਮੈਨੂੰ ਚਿੱਠੀ ਦੇ ਕੇ। ਉਹਨੇ ਚਿੱਠੀ ਪੜ੍ਹੀ ਤੇ ਚਿੱਠੀ 'ਚ ਲਿਖਿਆ ਸੀਗਾ ਕਿ ਮਾਂ ਮੈਂ ਸੌਰੀ ਆ, ਜਿਹੜੇ ਮੈਂ ਪੈਸੇ ਤੇਰੇ ਕੋਲ ਲਏ ਨੇ, ਮੈਨੂੰ ਨੂੰਹ ਤੇਰੀ ਤੰਗ ਕਰਦੀ ਸੀ, ਉਹ ਕਹਿੰਦੀ ਸੀ ਆਪਾਂ ਇੱਥੇ ਮੌਰਗੇਜ ਦੇਣੀ ਹੈ, ਉੱਥੇ ਮਾਂ ਰਹਿੰਦੀ ਹੈ ਇਕੱਲੇ ਮਕਾਨ 'ਚ, ਉਹਨੂੰ ਵੇਚ ਕੇ ਲਿਆ ਆਪਾਂ ਆਪਣੀ ਮੌਰਗੇਜ ਪੂਰੀ ਕਰੀਏ। ਅਸੀਂ ਤਾਂ ਦੋਨੇ ਹਸਬੈਂਡ ਵਾਈਫ ਨੌਕਰੀ ਕਰਦੇ ਆ, ਤੇਰਾ ਕੌਣ ਖਿਆਲ ਰੱਖੂਗਾ? ਬੱਚਿਆਂ ਨੂੰ ਅਸੀਂ ਬੇਬੀ ਸਿਟਿੰਗ ਤੇ ਛੱਡਦੇ ਆ। ਮੈਂ ਹੁਣ ਐ ਕਰ, ਮੈਂ ਵੀ ਸੌਰੀ ਆ, ਮੈਂ ਇਹਦੇ ਵਿੱਚ ਚਿੱਠੀ ਦੇ ਵਿੱਚ 500 ਦਾ ਨੋਟ ਰੱਖਿਆ, ਰੁਪਈਆਂ ਦਾ, ਡਾਲਰਾਂ ਦਾ ਨਹੀਂ, ਰੁਪਈਆਂ ਦਾ। ਜਿਹੜਾ ਵੀ ਕੋਈ ਇਹ ਚਿੱਠੀ ਨੂੰ ਪੜੂਗਾ, ਮੇਰੀ ਉਸ ਨੂੰ ਰਿਕੁਐਸਟ ਹੈ ਕਿ ਮੇਰੀ ਮਾਂ ਨੂੰ ਬਿਰਧ ਆਸ਼ਰਮ ਦੇ ਵਿੱਚ ਛੱਡਿਆ ਆਵੇ, ਜਿੰਨੇ ਵੀ ਟੈਕਸੀ ਦੇ ਪੈਸੇ ਲੱਗਦੇ ਨੇ ਲੈ ਲੈ, ਤੇ ਬਾਕੀ 500 ਜਿਹੜੇ ਬਾਕੀ ਬਚੇ ਨੇ ਉਹ ਰੱਖ ਲਵੇ। ਇਹੋ ਜਿਹੀਆਂ ਚਲਾਕੀਆਂ ਕਰਦੇ ਆ ਅਸੀਂ। ਇਹ ਘਰ ਘਰ ਦੀ ਕਹਾਣੀ ਹੈ। ਇੱਥੇ ਦਾਰੂਆਂ ਪੀਂਦੇ ਆ, ਮਾਂ-ਬਾਪ ਨੇ ਆਪਣੇ ਕਰਜ਼ੇ ਲੈ ਕੇ ਸਾਨੂੰ ਕੈਨੇਡਾ ਪੜ੍ਹਨ ਲਈ ਭੇਜਿਆ, ਇੱਥੇ ਦਾਰੂਆਂ ਪੀਂਦੇ ਆ, ਚੋਰੀਆਂ ਕਰਦੇ ਆ, ਠੱਗੀਆਂ ਕਰਦੇ ਆ। ਸਾਰੇ ਨਹੀਂ, ਕੁਛ ਬੰਦੇ, ਮੈਂ ਉਹਨਾਂ ਦੀ ਗੱਲ ਕਰਦਾ, ਚੰਗੇ ਵੀ ਨੇ ਮਾਂ-ਬਾਪ ਦੀ ਕਦਰ ਕਰਨ ਵਾਲੇ, ਕੁੜੀਆਂ ਕਰਦੀਆਂ ਨੇ ਮਾਂ-ਬਾਪ ਦੀ ਕਦਰ। ਜਿਹੜੇ ਨਹੀਂ ਕਰਦੇ, ਮੈਂ ਉਹਨਾਂ ਦੀ ਗੱਲ ਕਰਦਾ ਵੀ ਸ਼ਾਇਦ ਉਹਨਾਂ ਨੂੰ ਵੀ ਸੱਟ ਵੱਜੇ, ਉਹ ਵੀ ਆਪਣੇ ਮਾਂ-ਬਾਪ ਦੀ ਕਦਰ ਕਰਨੀ ਸਿੱਖ ਲੈਣ। ਕਿਉਂਕਿ ਟੁੱਟਾ ਫੁੱਲ ਟਾਹਣੀ ਨਾਲ ਜੁੜ ਨਹੀਂ ਸਕਦਾ, ਟੁੱਟਾ ਫੁੱਲ ਟਾਹਣੀ ਨਾਲ ਜੁੜ ਨਹੀਂ ਸਕਦਾ। ਮਾਂ ਦਾ ਕਰਜ਼ਾ ਤੇ ਪਿਓ ਦਾ ਖਰਚਾ ਕਦੇ ਮੁੜ ਨਹੀਂ ਸਕਦਾ। ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਕਿ ਮਾਂ ਦਾ ਕਰਜ਼ਾ ਦੇ ਦਿਓਗੇ ਜਾਂ ਪਿਓ ਦਾ ਖਰਚਾ ਦੇ ਦਿਓਗੇ, ਨਹੀਂ ਦੇ ਸਕਦੇ। ਉਹਨੇ ਆਪਣਾ ਮੂੰਹ ਬੰਨ ਕੇ, ਪਿਓ ਨੇ ਤੁਹਾਡੇ ਲਈ ਹਰ ਮੁਸ਼ਕਲ ਦਾ ਸਾਹਮਣਾ ਕੀਤਾ ਹੈ। ਮਾਂ ਨੇ ਧੁੱਪ ਦੇ ਵਿੱਚ, ਛਾਂ ਦੇ ਵਿੱਚ ਭੁੱਖੇ ਰਹਿ ਕੇ ਪੇਟ ਦੇ ਵਿੱਚ ਤੁਹਾਨੂੰ ਪਾਲਿਆ, ਤੁਸੀਂ ਉਹਦਾ ਕਰਜ਼ਾ ਕਿਉਂ ਮੋੜ ਦਿੰਦੇ? ਸੋ ਇਸੇ ਕਰਕੇ ਮਾਂ ਦਾ ਜਿਹੜਾ ਅੰਚਲ ਹੈ ਨਾ, ਆਪਣੀ ਔਲਾਦ ਲਈ ਕਦੇ ਛੋਟਾ ਨਹੀਂ ਪੈਂਦਾ। ਮਾਂ ਬੱਚੇ ਦੀ ਖੁਸ਼ੀ ਲਈ ਸਾਰੀ ਦੁਨੀਆ ਨਾਲ ਲੜ ਸਕਦੀ ਹੈ। ਮਾਂ ਤੋਂ ਬਿਨਾਂ ਦੁਨੀਆ ਹੀ ਅਧੂਰੀ ਹੈ। ਜੇ ਮਾਂ ਨਾ ਹੁੰਦੀ ਤਾਂ ਦੁਨੀਆ ਅੱਗੇ ਕਹਿੰਦੇ ਫਲ ਫੁੱਲ ਸਕਦੀ ਸੀ, ਫਿਰ ਤਾਂ ਉਹੀ ਬੰਦੇ ਹੁੰਦੇ। ਮਾਂ ਨੇ ਅੱਗੇ ਪਰਵਰਿਸ਼ ਕੀਤੀ ਹੈ। ਦੇਖੋ ਅਸੀਂ ਇੰਨੇ ਚਲਾਕ ਹਾਂ। ਇੱਕ ਮਾਂ ਦਾ ਬੇਟਾ, ਮਾਂ ਨੇ ਬੜੀ ਮੁਸ਼ਕਿਲ ਨਾਲ ਉਹਨੂੰ ਪੜ੍ਹਾਇਆ, ਪੜ੍ਹਾ ਕੇ ਉਹ ਮਿਹਨਤ ਬੱਚੇ ਦੀ ਵੀ ਸੀਗੀ, ਮਾਲਕ ਦੀ ਵੀ ਸੀਗੀ, ਉਹ ਬਹੁਤ ਵੱਡਾ ਅਫਸਰ ਬਣ ਗਿਆ, IAS ਅਫਸਰ ਬਣ ਗਿਆ। ਤੇ ਉਹਦੀ ਨੂੰਹ ਵੀ, ਉਹਦੀ ਜਦੋਂ ਵਿਆਹ ਕਰਾਇਆ, ਉਹ IPS ਅਫਸਰ ਬਣ ਗਈ। ਦੋਨੇ IAS ਤੇ IPS ਅਫਸਰ ਆ, ਤੇ ਮਾਂ ਰਹਿੰਦੀ ਹੈ। ਹੁਣ ਜਦੋਂ ਕੋਈ ਗੈਸਟ ਆਇਆ ਕਰਨ
ਤੇ ਮਾਂ ਅੰਦਰ ਡੱਕੀ ਰਿਹਾ ਕਰੇ, ਮਾਂ ਨੂੰ ਬਾਹਰ ਨਾ ਆਉਣ ਦਿਆ ਕਰਨ। ਇੱਕ ਦਿਨ ਮਾਂ ਕਿਤੇ ਬਾਹਰ ਕਦੇ ਪਾਣੀ ਪੀ ਲੈਣ ਆ ਗਈ, ਉਹਨਾਂ ਦੇ ਕੋਈ ਅੱਗੇ ਵੀ ਯਾਰ ਦੋਸਤ ਪੁਲਿਸ ਅਫਸਰ ਸੀਗੇ, ਆਈਐਸ ਡੀਸੀ ਵਗੈਰਾ ਹੋਣਗੇ ਸੀਗੇ, ਉਹਦੀ ਜਿਹੜੀ ਨੂੰਹ ਸੀਗੀ ਉਹਨੇ ਦੇਖ ਲਿਆ, ਉਹਨੇ ਘਰ ਵਾਲੀ ਨੂੰ ਕਿਹਾ, ਕਹਿੰਦੀ ਮਾਂ ਜੀ ਦੇਖੋ ਆਪਣਾ ਜਲੂਸ ਕਢਾਤਾ, ਸਲਵਾਰ ਜੀ ਪਾ ਕੇ ਬਾਹਰ ਆ ਗਏ, ਆਪਣੇ ਦੋਸਤਾਂ 'ਚ ਬੇਇੱਜ਼ਤੀ ਹੋ ਗਈ। ਤੇ ਉਹਨੇ ਮੁੰਡੇ ਨੇ ਕਿਹਾ, ਕਹਿੰਦਾ ਮਾਂ ਤੂੰ ਕਿਉਂ ਬਾਹਰ ਆ? ਕਹਿੰਦੇ ਪੁੱਤ ਮੈਨੂੰ ਪਾਣੀ ਦੀ ਪਿਆਸ ਲੱਗੀ ਸੀ, ਮੈਂ ਪਾਣੀ ਤਾਂ ਹੁਣ ਪੀਣਾ ਹੀ ਸੀ ਨਾ ਅੰਦਰ, ਮੈਂ ਤਾਂ ਸਾਰਾ ਦਿਨ ਅੰਦਰ ਬਾੜੀ ਰਹਿੰਦੀ ਹਾਂ, ਮੈਂ ਤਾਂ ਬਾਹਰ ਨਿਕਲ ਨਹੀਂ ਸਕਦੀ, ਤੁਹਾਡੇ ਨਾਲ ਕੋਈ ਨਾ ਕੋਈ ਆਇਆ ਰਹਿੰਦਾ। ਉਹਨੂੰ ਵੀ ਮੁੰਡੇ ਨੇ ਕਹਿੰਦਾ ਮਾਂ ਗੱਲ ਸੁਣ, ਤੂੰ ਆਸਾਨ ਨਾ ਮੰਨ ਮੇਰਾ, ਮੈਂ ਤੇਰਾ ਕੋਈ ਆਸਾਨ ਨਹੀਂ ਮੰਨਣਾ, ਠੀਕ ਹੈ, ਤੂੰ ਮੈਨੂੰ ਪੜਾਇਆ ਲਿਖਾਇਆ, ਤੂੰ ਹਿਸਾਬ ਨਾਲ ਦੱਸ ਵੀ ਤੇਰਾ ਕਿੰਨਾ ਖਰਚਾ ਹੋਇਆ, ਖਰਚਾ ਕਰ ਲੈ ਟੋਟਲ ਸਾਰੀ ਜ਼ਿੰਦਗੀ ਦਾ, ਉਹਦੇ ਉੱਤੇ ਵਿਆਜ ਵੀ ਲਾ ਲੈ, ਮੈਂ ਤੇਰਾ ਸਾਰਾ ਵਿਆਜ ਤੇ ਖਰਚਾ ਮੋੜ ਦਿੰਦੀ। ਤੇ ਮਾਂ ਦੇ ਦੇਖੋ ਕੀ ਵਾਪਰੀ ਹੋਊਗੀ। ਇਹ ਮੁੰਡੇ ਦੀ ਹਉਮੈ ਨੇ ਗੱਲ ਕਹਿਤੀ, ਇਹ ਛੋਟੀ ਗੱਲ ਨਹੀਂ, ਤਲਵਾਰ ਦਾ ਟੱਕ ਜਿਹੜਾ ਹੈਗਾ ਉਹ ਮਿਟ ਸਕਦਾ ਹੈ, ਆਹ ਜਿਹੜੇ ਸ਼ਬਦ ਨੇ ਨਹੀਂ ਮਿਟਦੇ। ਮਾਂ ਨੇ ਕਿਹਾ ਕਿ ਪੁੱਤ ਜੇ ਹਿਸਾਬ ਕਿਤਾਬ ਹੀ ਕਰਨਾ ਹੈ, ਹੁਣ ਫਿਰ ਮੈਂ ਸਾਰੀ ਜ਼ਿੰਦਗੀ ਦਾ ਹਿਸਾਬ ਕਿਤਾਬ ਕਰਨਾ ਹੈ, ਮੈਨੂੰ 2-4 ਦਿਨ ਤਾਂ ਦੇ ਦੇ। ਕਹਿੰਦਾ ਹਾਂ ਹਾਂ ਕੋਈ ਗੱਲ ਹੀ ਨਹੀਂ, ਤੂੰ ਹਫ਼ਤਾ 'ਚ ਕਰ ਲੈ, ਕੋਈ ਗੱਲ ਨਹੀਂ, ਸਿੱਧਾ ਵਿਆਜ ਜੋ ਵੀ ਕੱਲੀ ਕੱਲੀ ਚੀਜ਼ ਰੱਖਦੇ, ਮੈਂ ਸਾਰਾ ਤੇਰਾ ਕਰਜ਼ਾ ਮੋੜ ਦਿੰਦੀ। ਉਹ ਕਹਿੰਦੀ ਠੀਕ ਹੈ। ਉਸ ਰਾਤ ਨੂੰ ਮੁੰਡਾ ਸੁੱਤਾ ਪਿਆ ਸੀਗਾ ਕਮਰੇ ਦੇ ਵਿੱਚ, ਮਾਂ ਨੇ ਇੱਕ ਪਾਣੀ ਦਾ ਜੱਗ ਭਰਿਆ, ਆ ਜਿਵੇਂ ਹੁਣ ਦੇਖੋ ਗਲਾਸ ਭਰਿਆ ਹੋਇਆ ਹੈਗਾ, ਇਸ ਤਰ੍ਹਾਂ ਜੱਗ ਭਰਿਆ, ਜਿੱਧਰ ਨੂੰ ਪਾਸਾ ਕਰਕੇ ਪਿਆ ਸੀ ਉਹਨੇ ਪਾਣੀ ਡੋਲਤਾ। ਜਦੋਂ ਡੋਲਿਆ ਮੁੰਡੇ ਨੇ ਪਾਸਾ ਲਿਆ, ਉਹਨੇ ਦੇਖਿਆ ਕਮੀਜ਼ ਗਿੱਲੀ ਹੋ ਗਈ, ਆ ਕੀ ਹੈ? ਉਹਨੇ ਫਿਰ ਵਾਪਸ ਪਾਸਾ ਲਿਆ, ਮਾਂ ਨੇ ਇਹਨੇ ਦੂਜੇ ਪਾਸੇ ਪਾਸਾ ਡੋਲਤਾ। ਜਦੋਂ ਉਹਦੀ ਅੱਖ ਖੁੱਲੀ, ਉਹਨੇ ਦੇਖਿਆ ਮਾਂ ਪਾਣੀ ਡੋਲ ਰਹੀ ਹੈ। ਕਹਿੰਦੀ ਮਾਂ ਆਹ ਕੀ ਕਰਦੀ ਹੈ ਤੂੰ? ਤਾਂ ਸਾਰਾ ਬਿਸਤਰਾ ਹੀ ਗਿੱਲਾ ਕਰਤਾ ਮੇਰਾ, ਮੈਂ ਉਧਰ ਵੀ ਪਾਸਾ ਲਿਆ, ਇੱਧਰ ਇਹ ਕੀ ਕਰੀ ਕੀ ਜਾਂਦੇ ਤੂੰ? ਪਾਣੀ ਗਿੱਲਾ ਸਾਰਾ ਮੇਰਾ ਬਿਸਤਰਾ ਕਰਦਾ, ਹੁਣ ਮੈਂ ਸੌਂਗਾ ਕਿਵੇਂ? ਮੈਂ ਸਵੇਰੇ ਕੰਮ ਤੇ ਆਣਾ। ਕਹਿੰਦੀ ਪੁੱਤ ਠੰਡੇ ਦਿਲ ਨਾਲ ਸੋਚ, ਆ ਤੈਨੂੰ ਅੱਜ ਪਾਣੀ ਡੋਲੇ ਆ, ਤੈਨੂੰ ਤਕਲੀਫ ਹੋਈ, ਮੈਂ ਇਹ ਹਜ਼ਾਰਾਂ ਵਾਰੀ ਤੇਰਾ ਪਿਸ਼ਾਬ ਕੀਤਾ ਹੋਇਆ ਤੂੰ ਉਹਦੇ ਉੱਤੇ ਸੁੱਤੀਆਂ, ਤੂੰ ਹਾਲੇ ਕਹਿੰਦਾ ਮੇਰਾ ਹਿਸਾਬ ਕਿਤਾਬ ਦੇ, ਤੂੰ ਇੱਕ ਦਿਨ ਦਾ ਹਿਸਾਬ ਕਿਤਾਬ ਤਾਂ ਮੇਰਾ ਦੇ ਨਹੀਂ ਸਕਿਆ, ਤੂੰ 1000 ਦਿਨ ਜਿਹੜੇ ਪਿਸ਼ਾਬ ਕੀਤੇ ਨੇ ਉਹਦਾ ਕੀ ਹੋਊਗਾ? ਮੈਂ ਆਪ ਭੁੱਖੀ ਰਹਿ ਕੇ ਤੈਨੂੰ ਰੋਟੀ ਦਿੱਤੀ ਹੈ, ਤੂੰ ਕਹਿੰਦਾ ਹਿਸਾਬ ਕਿਤਾਬ ਕਰ, ਇਹਦਾ ਕਿਤੇ ਹਿਸਾਬ ਕਿਤਾਬ ਹੁੰਦਾ? ਤੈਨੂੰ ਜਿਹੜਾ ਪੇਟ 'ਚ ਰੱਖਿਆ ਤੂੰ ਆਪਣੇ ਪੇਟ 'ਚ ਰੱਖ, ਮੈਨੂੰ ਰੱਖ ਸਕਦਾ ਵਾਪਸ, ਤੂੰ ਕਹਿੰਦਾ ਹਿਸਾਬ ਕਿਤਾਬ। ਸੋ ਮਾਂ ਦਾ ਹਿਸਾਬ ਕਿਤਾਬ ਨਹੀਂ ਹੁੰਦਾ। ਇਹ ਜਿਹੜੀਆਂ ਚਲਾਕੀਆਂ ਨਾਲ ਅਸੀਂ ਆਰਗੂਮੈਂਟ ਕਰਦੇ ਹਾਂ ਨਾ, ਰੱਬ ਤੋਂ ਥੋੜਾ ਜਿਹਾ ਡਰੀਏ। ਮਾਂ ਨੂੰ ਰੱਬ ਨੂੰ ਤਾਂ 2 ਗਾਲਾਂ ਕੱਢ ਲਓਗੇ, ਕੰਮ ਬਖਸ਼ਿਆ ਜਾਊਗਾ। ਜੇ ਮਾਂ ਦਾ ਤੁਸੀਂ ਨਿਰਾਦਰ ਕਰਤਾ ਨਾ, ਤਾਂ ਰੱਬ ਨੇ ਨਹੀਂ ਤੁਹਾਨੂੰ ਬਖਸ਼ਣਾ। ਇਹ ਗੱਲ ਮੈਂ ਪੱਥਰ ਤੇ ਲਕੀਰ ਤਜਰਬੇ ਦੇ ਆਧਾਰ ਤੇ ਗੱਲ ਕਰਦਾ। ਜਿਹੜੇ ਬੰਦਿਆਂ ਨੇ ਆਪਣੇ ਮਾਂ-ਬਾਪ ਦੀ ਇੱਜ਼ਤ ਨਹੀਂ ਕੀਤੀ ਨਾ, ਉਹਨਾਂ ਦਾ ਬੁਰਾ ਹਾਲ ਹੈ, ਉਹਨਾਂ ਦੀਆਂ ਨੂੰਹਾਂ ਦਾ ਵੀ ਬੁਰਾ ਹਾਲ ਹੈ, ਜਿਹੜੀ ਮਿੱਠੇ ਤਰੀਕੇ ਨਾਲ ਆਪਣੇ ਘਰ ਵਾਲਿਆਂ ਨੂੰ ਭੜਕਾ ਕੇ ਮਾਂ-ਬਾਪ ਦੀ ਬੇਇੱਜ਼ਤੀ ਕਰਾਉਂਦੀਆਂ ਨੇ। ਤੁਸੀਂ ਜਦੋਂ ਇਹੋ ਜਿਹੇ ਸ਼ਬਦ ਅੰਦਰੋਂ ਪਿੱਛੋਂ ਸਿਖਾਉਂਦੇ ਹੋ, ਤੁਸੀਂ ਇਹ ਸੋਚ ਕੇ ਦੇਖੋ ਵੀ ਕਿਹਦੀ ਗੱਲ ਕਰਦੇ ਹੋ, ਕਿਉਂਕਿ ਉਹ ਜਿਹੜਾ ਹੈਗਾ ਨਾ, ਅੱਛੀ ਕਰਨੀ ਕरो कबीरा, अच्छी करनी करो कबीरा, मत करना तुम काला, 1000 आंख से देख रहा है तुझको देखन वाला। वो अंदर बैठिया है, वो साडी भावना नूं जानदा है कि असीं इहदी इज्जत कर रहे हैं कि इहदी बेइज्जती कर रहे हैं। साडी जिहड़ी है थिंकिंग की है, पॉजिटिव है कि नैगेटिव है, फिर उहदा जिहड़ी सज़ा ना वो कदे भी माफ़ नहीं हो सकती। माँ क्योंकि माँ हुंदी, असीं जिन्नियां मर्जी गलतियां कर लईए माँ माफ़ कर दिंदी है, पर ਇੰਨਾ ਨਾ ਦੁਖੀ ਕਰੋ, ਇੰਨਾ ਨਾ ਖਿੱਚੋ ਕਿ ਧਾਗਾ ਹੀ ਟੁੱਟ ਜੇ। ਜਿਹੜੀ ਲਾਸਟਿਕ ਹੁੰਦੀ ਹੈ ਨਾ, ਗੁਬਾਰਾ ਹੁੰਦਾ ਹੈ, ਜੋ ਹਵਾ ਪਾਈ ਜਾਵਾਂਗੇ ਅਖੀਰ 'ਚ ਪਟਾਕਾ ਪੈਂਦਾ। ਮਾਂ ਨੂੰ ਤੁਸੀਂ ਇੰਨਾ ਤੰਗ ਨਾ ਕਰੋ। ਅੱਜ ਦਾ ਮਾਂ ਦਾ ਦਿਨ ਹੈ ਸਿਰਫ ਇਸ ਕਰਕੇ ਕਿ ਉਹਨੂੰ ਬਰਾੜ ਦੇ ਲੈ ਕੇ $30 ਦਾ ਖਾਣਾ ਖਵਾ ਲਿਆ, ਪੀਜ਼ਾ ਖਵਾ ਲਿਆ, ਕਿਤੇ ਹੋਰ ਲੈ ਕੇ ਨਾਇਗਰਾ ਫਾਲਸ ਘੁਮਾ ਲਿਆ। ਇਹ ਨਹੀਂ, 365 ਤੇ 365 ਦਿਨ ਕਿਸੇ ਨਾਇਗਰਾ ਫਾਲਸ ਜਾਣ ਦੀ ਲੋੜ ਨਹੀਂ, ਕਿਤੇ ਬਰਾੜ ਦੇ ਜਾਣ ਦੀ ਲੋੜ ਨਹੀਂ, ਕਿਤੇ ਰੈਸਟੋਰੈਂਟ ਜਾਣ ਦੀ ਲੋੜ ਨਹੀਂ, ਕੋਈ ਫਲਾਵਰ ਦੇਣ ਦੀ ਲੋੜ ਨਹੀਂ। ਸਿਰਫ ਮਾਂ ਦੇ ਕੋਲੇ ਬੈਠ ਕੇ ਉਹਦੀ ਜਿਹੜੇ ਸਿਰ ਹੈ ਨਾ, ਉਹਦੇ ਗੋਦੀ 'ਚ ਰੱਖ ਕੇ ਗੱਲਾਂ ਬਾਤਾਂ ਕਰੋ, ਉਹਦੇ ਪਿਆਰ ਦੀਆਂ ਗੱਲਾਂ ਸੁਣੋ, ਉਹਦਾ ਹੱਥ ਤੁਹਾਡੇ ਸਿਰ ਤੇ ਫਿਰੇ। ਜੰਨਤ ਹੈ ਮਾਂ ਦੀ ਜਿਹੜੀ ਗੋਦ ਹੈ। ਇਹ ਗੱਲ ਤੁਸੀਂ ਯਾਦ ਰੱਖੋ। ਜਿੰਨੇ ਕੰਮ ਦੀ ਤੁਸੀਂ ਪਰਵਰਿਸ਼ ਕਰੋਗੇ, ਤਰੱਕੀ ਕਰੋਗੇ, ਉਹਦਾ ਕਾਰਨ ਇਹ ਹੁੰਦਾ ਕਿ ਮਾਂ ਦੀਆਂ ਸੀਸਾਂ। ਇਹ ਗੱਲ ਪੱਕੀ ਗੱਲ ਕਹਿਣਾ, ਤੁਸੀਂ ਰੱਬ ਨੂੰ ਮੰਨੋ ਨਾ ਮੰਨੋ, ਪਾਠ ਕਰੋ ਨਾ ਕਰੋ, ਬਾਬੇ ਦੇ ਮਗਰ ਕਿਤੇ ਸਪੇਨ ਜਾਂਦੇ ਹੋ, ਕਿਤੇ ਦਿੱਲੀ ਜਾਂਦੇ ਹੋ, ਕਦੇ ਉੱਧਰ ਜਾਂਦੇ ਹੋ, ਕਿਤੇ ਉੱਧਰ ਜਾਂਦੇ ਹੋ, ਠੱਗ ਬਾਬੇ ਦੇ ਮਗਰ, ਉਹਦੇ ਮਗਰ ਜਾਣ ਦੀ ਕੋਈ ਲੋੜ ਨਹੀਂ। ਆਪਣੇ ਮਾਂ-ਬਾਪ ਦੀ ਸੇਵਾ ਕਰੋ, ਕਮਰੇ 'ਚ ਬਹਿ ਕੇ ਮੈਡੀਟੇਸ਼ਨ ਕਰੋ, ਹਮੇਸ਼ਾ ਜ਼ਿੰਦਗੀ ਦੇ ਵਿੱਚ ਤਰੱਕੀ ਹੋਊਗੀ। ਸੋ ਅਖੀਰ ਦੇ ਵਿੱਚ ਕਿਉਂਕਿ ਟਾਈਮ ਹੋ ਗਿਆ, ਸੋ ਮੇਰੀ ਦੁਨੀਆ ਦੀਆਂ ਸਾਰੀਆਂ ਮਾਵਾਂ ਜਿਹੜੀਆਂ ਮਦਦ ਨੇ, ਉਹਨਾਂ ਦੇ ਚਰਨਾਂ ਦੇ ਵਿੱਚ ਮੇਰਾ ਇੱਕ ਸਲਾਮ ਹੈ ਕਿ ਸਾਨੂੰ ਉਹ ਬਖਸ਼ਣ, ਸਾਨੂੰ ਉਹ ਮਾਫ ਕਰਨ, ਰੱਬ ਸਾਨੂੰ ਸਮੱਤ ਬਖਸ਼ੇ, ਅਸੀਂ ਉਹਨਾਂ ਦੀ ਖੁਸ਼ੀ ਦੇ ਵਿੱਚ ਜਿਹੜੀ ਹੈ ਸ਼ਰੀਕ ਹੋਈਏ, ਉਹਨਾਂ ਨੂੰ ਦੁੱਖ ਤਕਲੀਫ ਦੇ ਵਿੱਚ ਥੋੜਾ ਜਿਹਾ ਟਾਈਮ ਦਈਏ ਤੇ ਉਹਨਾਂ ਦੇ ਆਸ਼ੀਰਵਾਦ ਲਈਏ। ਸੋ ਅੰਤ ਦੇ ਵਿੱਚ ਸਾਰੀਆਂ ਹੀ
ਦੁਨੀਆ ਦੀਆਂ ਜਿਹੜੀਆਂ ਮਾਵਾਂ ਨੇ, ਮਦਰਸ ਨੇ, ਉਹਨਾਂ ਨੂੰ ਹੈਪੀ ਮਦਰਸ ਡੇ। ਤੇ ਤੁਸੀਂ ਸੁਣੋ ਅਖੀਰਲਾ ਗਾਣਾ ਕੁਲਦੀਪ ਮਾਨਕ ਦਾ, ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ। ਤੇ ਮੈਨੂੰ ਦਿਓ ਤੁਸੀਂ ਆ ਗਿਆ। ਨੈਕਸਟ ਵੀਕ ਆਪਾਂ ਕਿਸੇ ਹੋਰ ਟੌਪਿਕ ਤੇ ਗੱਲ ਕਰਾਂਗੇ। ਮੈਂ ਕਿਸੇ ਨੂੰ ਸੁਣਾਇਆ ਨਹੀਂ, ਮੈਂ ਤਾਂ ਆਪਣੇ ਆਪ ਨੂੰ ਸੁਣਾ ਰਿਹਾ। ਮੈਂ ਤਾਂ ਆਪ ਬਥੇਰੀਆਂ ਗਲਤੀਆਂ ਕੀਤੀਆਂ ਨੇ। ਜਿੰਨਾ ਮੈਨੂੰ ਪਿਆਰ ਦੇਣਾ ਚਾਹੀਦਾ ਸੀ ਆਪਣੇ ਮਾਂ ਨੂੰ, ਉਹ ਸ਼ਾਇਦ ਮੈਂ ਨਹੀਂ ਦੇ ਸਕਿਆ, ਇਸੇ ਕਰਕੇ ਹੰਝੂ ਹੁੰਦੇ ਨੇ। ਸੋ ਸੁਣੋ ਗੱਲ ਅਖੀਰ ਦੇ ਵਿੱਚ ਕੁਲਦੀਪ ਮਾਨਕ ਦੀ।